ਬੈਨੀਪਾਲ ਸ਼ੋਅ ਵਿੱਚ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਤੁਹਾਨੂੰ ਸਭਨਾਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਅਤੇ ਤੁਹਾਡਾ ਪ੍ਰੋਗਰਾਮ ਵਿੱਚ ਨਿੱਘਾ ਸਵਾਗਤ। ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਵੱਧ ਖਬਰਾਂ, ਵੱਡੀਆਂ ਖਬਰਾਂ ਅਮਰੀਕੀ ਰਾਸ਼ਟਰਪਤੀ ਚੋਣ ਨੂੰ ਲੈ ਕੇ ਹੋਣਗੀਆਂ, ਕਿਉਂਕਿ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਅਹੁਦੇ ਦੀ ਚੋਣ ਟਰੰਪ ਵਰਸਸ ਬਾਈਡਨ ਹੋ ਰਹੀ ਹੈ। ਲੋਕ ਸਵੇਰ ਤੋਂ ਲੈ ਕੇ ਕਤਾਰਾਂ ਵਿੱਚ ਸੀ ਤੇ ਲਗਭਗ 100 ਮਿਲੀਅਨ ਦੇ ਨੇੜੇ ਤੇੜ ਮੇਲ ਇਨ ਬੈਲਟ ਤੇ ਐਡਵਾਂਸ ਵੋਟ ਲੋਕਾਂ ਨੇ ਕੀਤੀ ਹੋਈ ਹੈ। ਸੋ ਨਤੀਜੇ ਅੱਜ ਆਉਣ ਦੀ ਸੰਭਾਵਨਾ ਨਹੀਂ, ਪਰ ਰੁਝਾਨ ਪਤਾ ਲੱਗ ਜਾਣਗੇ। ਇਹਦੇ ਨਾਲ ਮਿਲੀਆਂ ਜੁਲੀਆਂ ਕਈ ਖਬਰਾਂ ਨੇ ਤੇ ਇੱਕ ਹੋਰ ਵੱਡੀ ਖਬਰ ਪੰਜਾਬ ਵਾਲੇ ਪਾਸਿਓਂ ਇਹ ਹੈ ਕਿ ਪੰਜਾਬ ਸਰਕਾਰ ਨੇ ਸਾਬਕਾ ਪੁਲਿਸ ਮੁਖੀ ਸਮੇਧ ਸੈਣੀ ਦੀ ਜ਼ਮਾਨਤ ਰੱਦ ਕਰਨ ਦੇ ਬਾਰੇ ਪਾਈ ਪਟੀਸ਼ਨ ਵਾਪਸ ਲੈ ਲਈ ਹੈ। ਕੈਪਟਨ ਅਮਰਿੰਦਰ ਸਿੰਘ ਹੁਣ ਧਰਨੇ ਤੇ ਬੈਠਣਗੇ, ਕਿਉਂ ਬੈਠਣਗੇ ਇਹ ਵੀ ਖਬਰ ਹੈ। ਤੇ ਅਮਰੀਕਾ ਦੇ ਵਿੱਚੋਂ ਇੱਕ ਮੰਦਭਾਗੀ ਖਬਰ ਮਿਲ ਰਹੀ ਹੈ ਕਿ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋਈ ਹੈ ਤੇ ਰਾਸ਼ਟਰਪਤੀ ਚੋਣ ਅਮਰੀਕਾ 'ਚ ਹੋ ਰਹੀ ਹੈ ਤੇ ਸੱਟਾ ਕਰੋੜਾਂ ਦਾ ਲੱਗਿਆ ਹੋਇਆ ਹੈ। ਤੇ ਇਹ ਵੀ ਖਬਰਾਂ ਨੇ ਕਿ ਅਮਰੀਕਾ ਦੇ ਵਿੱਚ ਭਾਈਚਾਰਕ ਸਾਂਝ ਤੇ ਸਿਆਸਤ ਭਾਰੂ ਪੈ ਗਈ ਹੈ ਤੇ ਚੋਣ ਨਤੀਜਿਆਂ ਤੋਂ ਪਹਿਲਾਂ ਹੀ ਰਾਸ਼ਟਰਪਤੀ ਟਰੰਪ ਦੇ ਸਮਰਥਕ ਨੇ ਜਿਹੜੇ ਜਿੱਤ ਦੇ ਜਸ਼ਨ ਵੀ ਮਨਾ ਰਹੇ ਨੇ ਤੇ ਰਾਸ਼ਟਰਪਤੀ ਟਰੰਪ ਨੇ ਆਖ ਦਿੱਤਾ ਕਿ ਕਾਨੂੰਨੀ ਜੰਗ ਦੀ ਮੈਂ ਤਿਆਰੀ ਕੀਤੀ ਹੋਈ ਹੈ। ਤੇ ਨਾਲ ਜਰਮਨੀ ਵਾਲੇ ਪਾਸੋਂ ਖਬਰ ਮਿਲ ਰਹੀ ਹੈ ਕਿ ਉੱਥੋਂ ਦੀ ਇੱਕ ਕੰਪਨੀ ਕਰੋਨਾ ਦਾ ਟੀਕਾ ਬਣਾਉਣ ਦੀ ਸਫਲਤਾ ਦੇ ਨੇੜ ਤੇ ਢੁੱਕੀ ਆਪਣੇ ਆਪ ਨੂੰ ਦੱਸ ਰਹੀ ਹੈ। ਇਹ ਕੁੱਲ ਮਿਲਾ ਕੇ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਵਿਸਥਾਰ ਨਾਲ ਚਰਚਾ ਕਰਾਂਗਾ। ਸਭ ਤੋਂ ਪਹਿਲੀ ਤੇ ਵੱਡੀ ਖਬਰ ਇਹ ਆਖ ਸਕਦਾ ਹੈ ਕਿ ਸਮੇਧ ਸੈਣੀ ਦੇ ਕੇਸ ਦੇ ਵਿੱਚ ਜਿਹੜੀ ਅਪਡੇਟ ਹੈ, ਤੁਹਾਨੂੰ ਯਾਦ ਹੋਣਾ ਹੈ ਕਿ ਮੋਹਾਲੀ ਦੇ ਰਹਿਣ ਵਾਲੇ ਸੀ, ਸਿਟਕੋ ਦੇ ਜੂਨੀਅਰ ਇੰਜੀਨੀਅਰ ਸੀ ਬਲਵੰਤ ਸਿੰਘ ਮੁਲਤਾਨੀ। ਲਗਭਗ 3 ਦਹਾਕੇ ਹੋ ਗਏ ਹੈ, ਅਗਵਾ ਵੀ ਕੀਤੇ ਗਏ ਸੀ, ਭੇਦ ਭਰੀ ਹਾਲਤ ਦੇ ਵਿੱਚ ਗਾਇਬ ਵੀ ਕਰ ਦਿੱਤੇ ਸੀ ਤੇ ਇਹਨਾਂ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੇ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸਮੇਧ ਸੈਣੀ ਕਿ ਇਸ ਸਿੱਖ ਨੌਜਵਾਨ ਨੂੰ ਅਗਵਾ ਹੀ ਨਹੀਂ ਕੀਤਾ, ਸਗੋਂ ਲਾਸ਼ ਵੀ ਖੁਰਦ-ਬੁਰਦ ਕੀਤੀ। ਤੇ ਇਸ ਸਬੰਧ ਦੇ ਵਿੱਚ ਜਿਹੜੀ ਅਗਾਊਂ ਜ਼ਮਾਨਤ ਰੱਦ ਕਰਨ ਦੇ ਬਾਬਤ ਪੰਜਾਬ ਸਰਕਾਰ ਨੇ ਇੱਕ ਐਪਲੀਕੇਸ਼ਨ ਜਾਂ ਇੱਕ ਪਟੀਸ਼ਨ ਦਾਇਰ ਕੀਤੀ ਹੋਈ ਸੀ। ਪੈਰ ਤੇ ਘੁੰਮ ਗਈ, ਯੂ ਟਰਨ ਮਾਰ ਲਿਆ, ਆਪਣੀ ਅਰਜ਼ੀ ਪੰਜਾਬ ਸਰਕਾਰ ਨੇ ਵਾਪਸ ਲੈ ਲਈ ਹੈ। ਜਿਹੜੀ ਜਾਣਕਾਰੀ ਮਿਲੀ ਆ ਉਹ ਇਹ ਹੈ ਕਿ ਮਾਨਯੋਗ ਅਦਾਲਤ ਨੇ ਕੁਝ ਸਮਾਂ ਪਹਿਲਾਂ ਡੀਜੀਪੀ ਜਿਹੜੇ ਸਾਬਕਾ ਸੈਣੀ ਨੇ ਉਹਨਾਂ ਨੂੰ ਇੱਕ ਵੱਡੀ ਰਾਹਤ ਦਿੱਤੀ ਸੀ। ਧਾਰਾ 364, 201 ਅਤੇ 120 ਦੇ ਵਿੱਚ ਉਹਨਾਂ ਦੀ ਅਗਾਊਂ ਜ਼ਮਾਨਤ ਅਰਜ਼ੀ ਮਨਜ਼ੂਰ ਕੀਤੀ ਸੀ ਅਤੇ ਇਸ ਸਾਬਕਾ ਪੁਲਿਸ ਮੁਖੀ ਸੈਣੀ ਨੇ ਪੁਲਿਸ ਜਾਂਚ ਵਿੱਚ ਸ਼ਾਮਲ ਹੋਣ ਦੇ ਆਦੇਸ਼ ਦਿੱਤੇ ਹੋਏ ਸੀ। ਉਹਨਾਂ ਨੂੰ ਕਈ ਵਾਰੀ ਅੱਖੋਂ ਭਰੋਖੇ ਵੀ ਕੀਤਾ ਤੇ ਸੈਣੀ ਨੂੰ ਹਦਾਇਤ ਕੀਤੀ ਸੀ ਕਿ ਅਦਾਲਤ ਨੂੰ ਬਗੈਰ ਦੱਸੇ ਉਹ ਆਪਣੇ ਘਰ ਤੋਂ ਬਾਹਰ ਨਹੀਂ ਨਿਕਲ ਸਕਦਾ, ਬਸ਼ਰਤੇ ਉਹਨਾਂ ਨੂੰ ਕੋਈ ਮੈਡੀਕਲ ਐਮਰਜੈਂਸੀ ਨਾ ਹੋਵੇ। ਤੁਹਾਨੂੰ ਯਾਦ ਹੋਣਾ ਹੈ ਕਿ ਕਿੰਨੇ ਦਿਨ ਤੋਂ ਗੁੰਮ ਹੀ ਰਿਹਾ ਸੀ, ਘਰਦਿਆਂ ਨੂੰ ਵੀ ਨਹੀਂ ਸੀ ਪਤਾ ਤੇ ਸੁਰੱਖਿਆ ਛਤਰੀ ਵਾਲਿਆਂ ਨੂੰ ਪੁੱਛਿਆ ਜਾ ਰਿਹਾ ਸੀ, ਉਹਨਾਂ ਨੂੰ ਵੀ ਨਹੀਂ ਸੀ ਪਤਾ ਕਿ ਸਮੇਧ ਸੈਣੀ ਕਿੱਥੇ ਗਿਆ। ਸਰਕਾਰੀ ਵਕੀਲ ਨੇ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਸੈਣੀ ਨੂੰ ਆਰਜੀ ਰਾਹਤ ਦੇਣ ਸੰਬੰਧੀ ਜਾਰੀ ਹੁਕਮਾਂ ਦੇ ਖਿਲਾਫ ਜਿੰਨੀਆਂ ਵੀ ਹੁਣ ਤੱਕ ਦੀਆਂ ਕਾਰਵਾਈਆਂ ਨੇ ਉਹਦੇ ਮੁਤਲਕ ਜਿਹੜੀ ਜਾਣਕਾਰੀ ਉਹ ਇਹ ਹੈ ਕਿ ਸਾਰੀਆਂ ਦਰਜ ਧਾਰਾਵਾਂ ਅਤੇ ਨੁਕਤਿਆਂ ਨੂੰ ਸ਼ਾਮਲ ਕੀਤਾ ਗਿਆ, ਜਿਸ ਕਾਰਨ ਸਰਕਾਰ ਨੇ ਆਪਣੀ ਅਰਜ਼ੀ ਵਾਪਸ ਲੈ ਲਈ ਹੈ। ਪਰ ਇਹ ਤਾਂ ਸਰਕਾਰੀ ਵਕੀਲ ਦੱਸ ਰਿਹਾ ਕਿ ਅਰਜ਼ੀ ਇਸ ਬਣਾ 'ਤੇ ਵਾਪਸ ਲਈ ਹੈ, ਪਰ ਆਮ ਲੋਕਾਂ ਦੇ ਵਿੱਚ ਇਹ ਧਾਰਨਾ ਪ੍ਰਬਲ ਹੈ ਕਿ ਕਿਤੇ ਨਾ ਕਿਤੇ ਜਿਸ ਵਿਅਕਤੀ ਦੇ ਉੱਤੇ ਆਹ ਸੰਗੀਨ ਦੋਸ਼ ਲੱਗੇ ਨੇ, ਧਾਰਾਵਾਂ ਆਇਦ ਕੀਤੀਆਂ ਗਈਆਂ ਨੇ। ਤੁਹਾਨੂੰ ਯਾਦ ਹੋਣਾ ਹੈ ਕਿ ਬੀਤੇ ਦਿਨ ਹੀ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਸੀ। ਉਸ ਦਿਨ ਸੁਪਰੀਮ ਕੋਰਟ ਦੇ ਵਿੱਚ ਤੱਥ ਸਬੂਤ ਜੋ ਮੰਗੇ ਗਏ ਸੀ ਪੰਜਾਬ ਸਰਕਾਰ ਦੇ ਵੱਲੋਂ, ਪੰਜਾਬ ਸਰਕਾਰ ਨੇ ਪੇਸ਼ ਹੀ ਨਹੀਂ ਸੀ ਕੀਤੇ, ਸਗੋਂ ਕਿਹਾ ਸੀ ਕਿ ਸਾਨੂੰ ਹੋਰ ਸਮਾਂ ਚਾਹੀਦਾ, ਪਰ ਆਯੂ ਟਰਨ ਮਾਰ ਦਿੱਤੀ ਹੈ ਤੇ ਉਹ ਅਰਜ਼ੀ ਆਪਣੀ ਵਾਪਸ ਲੈ ਲਈ ਹੈ। ਸੋ ਵੇਖਦੇ ਹਾਂ ਕਿ ਇਹਦੇ ਵਿੱਚ ਹੁਣ ਅਗਲੀ ਕਾਰਵਾਈ ਪੀੜਤ ਧਿਰ ਵੱਲੋਂ ਕੀ ਕੀਤੀ ਜਾਂਦੀ ਹੈ। ਆਹ ਜਿਹੜੀ ਖਬਰ ਹੈ ਬੜੀ ਮਹੱਤਵਪੂਰਨ ਖਬਰ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਦੋਂ ਦਬਾਅ ਪਿਆ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁੰਮ ਹੋਏ ਨੇ, ਪਾਵਨ ਸਰੂਪ ਗਏ ਕਿੱਥੇ ਹੈ, ਤੇ ਉਹਨਾਂ ਨੇ ਇੱਕ ਜਾਂਚ ਕਰਵਾਈ। ਜਾਂਚ ਰਿਪੋਰਟ ਦਬਾਅ ਪੈਣ ਤੋਂ ਬਾਅਦ ਜਨਤਕ ਵੀ ਕਰ ਦਿੱਤੀ ਗਈ ਹੈ। ਪਰ ਹੁਣ ਇਹਨਾਂ ਪਾਵਨ ਸਰੂਪਾਂ ਦਾ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੋਸ਼ੀ ਕਰਾਰ ਦਿੱਤੇ ਗਏ 3 ਕਰਮਚਾਰੀਆਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਕੇ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਹੈ ਤੇ ਸ਼੍ਰੋਮਣੀ ਕਮੇਟੀ ਦੇ ਫੈਸਲੇ ਦੇ ਖਿਲਾਫ ਇਹ ਕੇਸ ਪਬਲੀਕੇਸ਼ਨ ਵਿਭਾਗ ਦੇ ਮੀਤ ਸਕੱਤਰ ਗੁਰਬਚਨ ਸਿੰਘ, ਬਾਜ ਸਿੰਘ ਅਤੇ ਦਲਬੀਰ ਸਿੰਘ ਨੇ ਦਾਇਰ ਕੀਤਾ। ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ ਦੇ ਵਿੱਚ 5 ਕਰਮਚਾਰੀਆਂ ਨੂੰ ਨੌਕਰੀ ਤੋਂ ਫਾਰਗ ਕੀਤਾ ਸੀ
5 ਨੂੰ ਮੁਅੱਤਲ ਕੀਤਾ ਸੀ ਅਤੇ ਫਾਰਗ ਕੀਤੇ ਗਏ ਕਰਮਚਾਰੀਆਂ ਵਿੱਚ ਇਹ ਕੇਸ ਦਾਇਰ ਕਰਨ ਵਾਲੇ ਕਰਮਚਾਰੀ ਸ਼ਾਮਲ ਨੇ। ਇਸ ਸੰਬੰਧੀ ਗੁਰਬਚਨ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਉਹ ਖੁਦ ਮਿਲੇ ਅਤੇ ਉਹਨਾਂ ਦੇ ਉੱਤੇ ਲਾਏ ਗਏ ਦੋਸ਼ਾਂ ਨੂੰ ਰੱਦ ਕਰਦੇ ਦਸਤਾਵੇਜ਼ ਪੇਸ਼ ਕੀਤੇ, ਪਰ ਭਰੋਸਾ ਦੇਣ ਮਗਰੋਂ ਵੀ ਉਹਨਾਂ ਨੇ ਇਹਦੇ 'ਤੇ ਕੋਈ ਕਾਰਵਾਈ ਹਾਲੇ ਤੱਕ ਕੀਤੀ ਨਹੀਂ। ਉਹ ਕਹਿੰਦੇ ਜਦੋਂ ਅਸੀਂ ਉਹਨਾਂ ਨੂੰ ਦੱਸਿਆ, ਉਹਨਾਂ ਨੂੰ ਸਾਰੇ ਸਬੂਤ ਦਿੱਤੇ ਹੈ, ਜਦੋਂ ਉਹਨਾਂ ਨੇ ਫਿਰ ਵੀ ਕੋਈ ਕਾਰਵਾਈ ਕੀਤੀ ਨਹੀਂ, ਆਹ ਮਜਬੂਰੀ ਵਸ ਸਾਨੂੰ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਿਆ। ਇਸ ਮਾਮਲੇ ਵਿੱਚ ਉਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਅਤੇ ਜਾਂਚ ਕਮੇਟੀ ਨੂੰ ਧਿਰ ਬਣਾਇਆ ਤੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਇਸ ਸੰਬੰਧੀ ਅਦਾਲਤ ਵਿੱਚ ਅਰਜ਼ੀ ਇੱਕ ਦਾਇਰ ਕਰਕੇ ਅਪੀਲ ਕੀਤੀ ਗਈ ਹੈ ਕਿ ਕੋਈ ਵੀ ਫੈਸਲਾ ਇਸ ਪਟੀਸ਼ਨ ਤੇ ਲੈਣ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੱਖ ਜ਼ਰੂਰ ਸੁਣਿਆ ਜਾਵੇ। ਹੁਣ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮਾਨਯੋਗ ਅਦਾਲਤ ਦੋਵੇਂ ਧਿਰਾਂ ਦੇ ਇਸ ਫੈਸਲੇ ਦੇ ਉੱਤੇ, ਇਹਨਾਂ ਪਟੀਸ਼ਨਾਂ ਦੇ ਉੱਤੇ ਕਿਹੋ ਜਿਹੀ ਸੁਣਵਾਈ ਕਰਦੀ ਹੈ। ਤੇ ਅਗਲੀ ਖਬਰ ਵੀ ਬੀਤੇ ਦਿਨ ਤੁਹਾਨੂੰ ਯਾਦ ਹੋਣਾ ਹੈ ਕਿ ਪ੍ਰਦੂਸ਼ਣ ਨੂੰ ਲੈ ਕੇ ਇੱਕ ਆਰਡੀਨੈਂਸ ਜਾਰੀ ਕੀਤਾ ਗਿਆ। ਉਹਦੇ ਤੋਂ ਬਾਅਦ ਲੱਗਦਾ ਸੀ ਕਿ ਪੰਜਾਬ ਦੇ ਕਿਸਾਨਾਂ ਦੀ ਸੰਘੀ ਨੱਪੀ ਜਾ ਰਹੀ ਹੈ। 1 ਕਰੋੜ ਤੱਕ ਜੁਰਮਾਨਾ ਜਾਂ 5 ਸਾਲ ਦੀ ਸਜ਼ਾ। ਉਹਦੇ ਤੋਂ ਬਾਅਦ ਕਿਸਾਨ ਤਾਂ ਪਹਿਲਾਂ ਹੀ ਸੰਘਰਸ਼ ਦੇ ਰਾਹ ਤੇ ਨੇ। ਕਿਸਾਨਾਂ ਦੇ ਵਿੱਚ ਰੋਸ ਹੋਰ ਤਿੱਖਾ ਹੋਇਆ ਸੀ। ਜਿਹੜੀ ਜਾਣਕਾਰੀ ਮਿਲੀ ਹੈ, ਬਲਾਕ ਬਠਿੰਡਾ ਅਧੀਨ ਪੈਂਦਾ ਪਿੰਡ ਬੀੜ ਬਹਿਮਣ ਅਤੇ ਚੁੱਗੇ ਖੁਰਦ ਦੀ ਹੱਦ ਉੱਤੇ ਕੱਲ੍ਹ ਸ਼ਾਮ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਦੀ ਜਾਂਚ ਦੀ ਰਿਪੋਰਟ ਕਰਨ ਗਏ ਨੋਡਲ ਅਫਸਰ ਜ਼ਿਲ੍ਹੇਦਾਰ ਨਹਿਰੀ ਅਤੇ ਹਲਕਾ ਪਟਵਾਰੀ ਸੀ ਅਣਖਵੀਰ ਸਿੰਘ। ਤੇ ਇਹ ਦੋਵਾਂ ਪਿੰਡਾਂ ਦੇ ਕੁਝ ਕਿਸਾਨਾਂ ਨੇ ਘਿਰਾਓ ਕਰ ਲਿਆ। ਕਹਿੰਦੇ ਆ ਜਾਓ, ਤੁਹਾਨੂੰ ਆਹ ਪਰਾਲੀ ਦੀ ਅੱਗ ਤਾਂ ਦਿਖਦੀ ਹੈ ਪਰ ਸਾਡੇ ਨਾਲ ਧੱਕਾ ਨਹੀਂ ਤੁਹਾਨੂੰ ਨਜ਼ਰ ਆ ਰਿਹਾ। ਦੋਵਾਂ ਨੂੰ ਖੇਤ ਦੇ ਨੇੜਲੇ ਇੱਕ ਫਾਰਮ ਹਾਊਸ ਦੇ ਵਿੱਚ ਕੈਦੀ ਬਣਾ ਲਿਆ। ਇਹਦੇ ਤੋਂ ਬਾਅਦ ਉਹਨਾਂ ਆਪਣੀ ਪਿੰਡ ਇਕਾਈ ਰਾਹੀਂ ਬਲਾਕ ਆਗੂਆਂ ਨੂੰ, ਜ਼ਿਲ੍ਹਾ ਕਮੇਟੀ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਕਿ ਆ ਜਾਓ, ਅਸੀਂ ਨੋਡਲ ਅਫਸਰ ਫੜ ਲਏ ਹੈ, ਪਟਵਾਰੀ ਫੜ ਲਿਆ ਜਿਹੜਾ ਪਰਾਲੀ ਦੇ ਧੂੰਏ ਦੀ ਜਾਂਚ ਕਰਨ ਆਇਆ ਸੀ। ਘੰਟਾ ਕੁ ਲੱਗਿਆ। ਕਹਿੰਦੇ ਘੰਟੇ ਦੇ ਅੰਦਰ ਟੋਲ ਪਲਾਜ਼ਾ ਜੀਦਾ ਉੱਤੇ ਧਰਨਾ ਮਾਰੀ ਬੈਠੇ ਸੀ। ਬਹੁਤ ਸਾਰੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਕਿਸਾਨ ਸਾਰੇ ਉੱਥੋਂ ਧਰਨੇ ਤੋਂ ਉੱਠ ਕੇ ਇਹ ਪਿੰਡਾਂ ਵੱਲ ਆ ਗਏ। ਇਸ ਦੇ ਨਾਲ ਹੀ ਬਠਿੰਡਾ ਅਤੇ ਥਾਣਾ ਪੈਂਦਾ ਆਨੰਦਗੜ੍ਹ, ਉਹਨਾਂ ਨੂੰ ਵੀ ਤਾਰਾਂ ਖੜਕ ਗਈਆਂ ਕਿ ਉੱਥੇ ਭਾਈ 2 ਅਧਿਕਾਰੀ ਕੈਦੀ ਤੇ ਬੰਦੀ ਬਣਾ ਲਏ ਹੈ। ਤੇ ਥਾਣਾ ਆਨੰਦਗੜ੍ਹ ਤੋਂ ਪੁਲਿਸ ਪਾਰਟੀ ਵੀ ਪਹੁੰਚ ਗਈ। ਪੁਲਿਸ ਪਾਰਟੀ ਇਹਨਾਂ ਬੰਦੀ ਬਣਾਏ ਗਏ ਅਧਿਕਾਰੀ ਅਤੇ ਪਟਵਾਰੀ ਦੀ ਸੁਰੱਖਿਆ ਵਾਸਤੇ ਗਈ ਸੀ। ਪਿੰਡਾਂ ਤੋਂ ਜਦੋਂ ਪਤਾ ਲੱਗਿਆ ਕਿ ਅਧਿਕਾਰੀ ਵੀ ਫੜੇ ਹੋਏ ਨੇ, ਪੁਲਿਸ ਪਾਰਟੀ ਵੀ ਪਹੁੰਚ ਗਈ। ਪਹਿਲਾਂ ਭਾਵੇਂ ਕਿਸਾਨ ਤੇ ਜਥੇਬੰਦੀ ਦੇ ਲੋਕ ਘੱਟ ਸੀ, ਪਰ ਫਿਰ ਤਾਂ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨਾਂ ਨੇ ਵਹੀਰਾਂ ਘੱਤ ਦਿੱਤੀਆਂ। ਇਹ ਘਰਾਓ ਵੱਡਾ ਕਰ ਲਿਆ, ਘਰਾਓ ਮਜ਼ਬੂਤ ਕਰ ਲਿਆ। ਸ਼ਾਮ ਹੁੰਦੇ ਹਨੇਰਾ ਪੈਂਦੇ ਰਿਹਾ ਕਰਵਾਉਣ ਲਈ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਵਾਸਤੇ ਤਹਿਸੀਲਦਾਰ ਪਹੁੰਚ ਗਿਆ ਤੇ ਤਹਿਸੀਲਦਾਰ ਦਾ ਨਾਮ ਸੀ ਸੁਖਬੀਰ ਸਿੰਘ ਬਰਾੜ। ਉਹ ਕਿਸਾਨ ਯੂਨੀਅਨ ਦੀ ਮੰਗ ਨਾ ਮੰਨੇ ਜਾਣ ਬਾਅਦ ਕਿਸਾਨਾਂ ਨੇ ਕਹਿੰਦੇ ਇੱਦਾਂ ਕਰੋ, ਤੁਸੀਂ ਸਾਡੀਆਂ ਜਿਹੜੀਆਂ ਅਸੀਂ ਗੱਲਾਂ ਕਹਿੰਦੇ ਉਹ ਮੰਨਦੇ ਨਹੀਂ, ਇਹ ਧਰਨਾ ਹੁਣ ਇੱਥੋਂ ਚੁੱਕਿਆ ਨਹੀਂ ਜਾਣਾ ਤੇ ਅਸੀਂ ਆਪਣੀ ਕੈਦ ਦੇ ਵਿੱਚੋਂ ਆਹ ਦੋਨੇ ਅਧਿਕਾਰੀ ਰਿਹਾ ਨਹੀਂ ਕਰਨੇ, ਲਾ ਲਓ ਜੋਰ ਜਿਹੜਾ ਲਾਉਂਦੇ ਹੋ। ਉਹ ਕਹਿੰਦੇ ਰਾਤ ਭਰ ਧਰਨਾ ਇਸੇ ਤਰ੍ਹਾਂ ਜਾਰੀ ਰਹੂ। ਫਿਰ ਉਹ ਕਹਿੰਦੇ ਧਰਨਾਕਾਰੀਆਂ ਵਾਸਤੇ ਤੇ ਮੁਲਾਜ਼ਮਾਂ ਵਾਸਤੇ ਉਹ ਕਹਿੰਦੇ ਤੁਸੀਂ ਵੀ ਇੱਥੇ ਬਹਿ ਜਾਓ, ਪੁਲਿਸ ਵਾਲਿਆਂ ਨੂੰ ਕਹਿੰਦੇ ਭਾਵੇਂ ਨਾ ਜਾਓ, ਲੰਗਰ ਪਾਣੀ ਦਾ ਪ੍ਰਬੰਧ ਕਰਦੇ ਆ, ਚਾਹ ਦੁੱਧ ਦਾ ਪ੍ਰਬੰਧ ਕਰਦੇ ਆ, ਬਿਸਤਰੇ ਵੀ ਚੱਕ ਲਿਆਂਦੇ। ਜਦੋਂ ਉਹਨਾਂ ਨੇ ਦੇਖਿਆ ਕਿ ਕਿਸਾਨ ਧਿਰਾਂ, ਕਿਸਾਨ ਜਥੇਬੰਦੀਆਂ ਪੂਰੇ ਤਿੱਖੇ ਮੂਡ ਵਿੱਚ ਨੇ, ਕਿਉਂਕਿ ਚਾਹ ਪਾਣੀ ਦਾ, ਲੰਗਰਾਂ ਦਾ ਪ੍ਰਬੰਧ ਕਰ ਲਿਆ, ਬਿਸਤਰੇ ਇਕੱਠੇ ਹੋਣ ਲੱਗ ਪਏ, ਫਿਰ ਤਹਿਸੀਲਦਾਰ ਨੇ ਸ਼ਾਇਦ ਉੱਪਰ ਕਿਸੇ ਨਾਲ ਗੱਲਬਾਤ ਕੀਤੀ ਹੋਣੀ ਹੈ। ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਨੇ ਦੂਸਰੇ ਗੇੜ ਦੀ ਗੱਲਬਾਤ ਕਰਨ ਦੇ ਵਾਸਤੇ ਫਿਰ ਕਿਸਾਨ ਯੂਨੀਅਨ ਨੂੰ ਕਿਹਾ ਕਿ ਆਓ ਇੱਕ ਵਾਰੀ ਆਪਾਂ ਫਿਰ ਗੱਲਬਾਤ ਕਰੀਏ। ਦੂਸਰੀ ਗੱਲਬਾਤ ਦੇ ਦੌਰਾਨ ਲਿਖਤੀ ਰੂਪ ਦੇ ਵਿੱਚ ਮੰਗਾਂ ਮੰਨੀਆਂ। ਧਰਨੇ 'ਚ ਜਾ ਕੇ ਮੰਗਾਂ ਮੰਨਣ ਦਾ ਖੁਦ ਤਹਿਸੀਲਦਾਰ ਨੇ ਐਲਾਨ ਕੀਤਾ ਤੇ ਇਸ ਮੌਕੇ ਤੇ ਅਧਿਕਾਰੀਆਂ ਨੇ ਘਿਰਾਓ ਕਰ ਰਹੇ ਧਰਨਾਕਾਰੀਆਂ ਤੋਂ ਸਿਰਫ ਲਿਖਤੀ ਮੰਗਾਂ ਹੀ ਨਹੀਂ ਮੰਨੀਆਂ, ਮੁਆਫੀ ਵੀ ਮੰਗੀ ਕਿ ਅੱਗੇ ਤੋਂ ਕਿਸੇ ਵੀ ਕਿਸਾਨ ਦੇ ਖੇਤ ਵਿੱਚ ਅਸੀਂ ਆਵਾਂਗੇ ਨਹੀਂ, ਤੁਹਾਡੇ ਨਾਲ ਵਾਅਦਾ ਕਰਦੇ ਹਾਂ। ਫਿਰ ਕਿਤੇ ਜਾ ਕੇ ਇਹ ਗੱਲ ਧਣ ਪੱਤਣ ਲੱਗੀ। ਹੁਣ ਗੱਲ ਧਰਨੇ ਦੀ ਚੱਲ ਰਹੀ ਹੈ ਕਿਉਂਕਿ ਕਿਸਾਨਾਂ ਕੋਲ ਸ਼ਾਇਦ ਹੋਰ ਕੋਈ ਰਾਹ ਨਹੀਂ। ਤੇ ਉਧਰ ਤੁਹਾਨੂੰ ਪਤਾ ਹੋਣਾ ਹੈ ਕਿ ਕੱਲ੍ਹ ਕੋਰਾ ਜਵਾਬ ਮਿਲ ਗਿਆ ਸੀ ਕੈਪਟਨ ਅਮਰਿੰਦਰ ਸਿੰਘ ਨੂੰ। ਬੀਤੇ ਕਈ ਦਿਨਾਂ ਤੋਂ ਅਪੀਲਾਂ ਕਰੀ ਜਾਂਦੇ ਸੀ ਕਿ ਭਾਈ ਆਓ ਸਾਰੀਆਂ ਸਿਆਸੀ ਤਰ੍ਹਾਂ ਚੱਲੀਏ, ਆਓ ਸਾਰੀਆਂ ਸਿਆਸੀ ਤਰ੍ਹਾਂ ਚੱਲੀਏ, ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮਿਲਣ ਚੱਲੀਏ। ਪਰ ਰਾਮਨਾਥ ਕੋਵਿੰਦ ਜਿਹੜੇ ਭਾਰਤ ਦੇ ਰਾਸ਼ਟਰਪਤੀ ਨੇ, ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਵਫਦ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਹੈ। ਤੇ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਉਹ 4 ਤਰੀਕ ਨੂੰ ਦਿੱਲੀ ਦੇ ਰਾਜਘਾਟ ਤੇ
ਵਿਧਾਇਕਾਂ ਦੇ ਨਾਲ ਕਰਮਵਾਰ ਧਰਨੇ ਦੀ ਅਗਵਾਈ ਕਰਨਗੇ ਤਾਂ ਜੋ ਕੇਂਦਰ ਸਰਕਾਰ ਦੇ ਵੱਲੋਂ ਮਾਲ ਗੱਡੀਆਂ ਦੀ ਜਿਹੜੀ ਆਵਾਜਾਈ ਦੀ ਆਗਿਆ ਨਾ ਦਿੱਤੇ ਜਾਣ। ਹੁਣ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਇੱਕ ਤਾਪ ਘਰ ਚੱਲਦਾ ਸੀ ਉਹ ਵੀ ਬੰਦ ਹੋ ਗਿਆ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਕੱਟ ਤਾਂ ਲੱਗਣੇ ਸ਼ੁਰੂ ਹੋ ਗਏ ਕਿ ਪੰਜਾਬ ਹਨੇਰੇ 'ਚ ਡੁੱਬ ਸਕਦਾ ਹੈ, ਜ਼ਰੂਰੀ ਵਸਤਾਂ ਦੀ ਸਥਿਤੀ ਗੰਭੀਰ ਹੋ ਸਕਦੀ ਹੈ। ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਵਿੱਚ ਮਾਲ ਗੱਡੀਆਂ ਰੱਦ ਕਰਨ ਦੇ ਕਾਰਨ ਪੈਦਾ ਹੋਇਆ ਸੰਕਟ ਨਿਤ ਪ੍ਰਤੀ ਦਿਨ ਡੂੰਘਾ ਹੁੰਦਾ ਜਾ ਰਿਹਾ ਹੈ, ਜਿਸ ਦੇ ਨਤੀਜੇ ਦੇ ਵਜੋਂ ਸਾਰੇ ਪਾਵਰ ਪਲਾਂਟ ਪੂਰੀ ਤਰ੍ਹਾਂ ਬੰਦ ਕਰਨੇ ਪੈ ਰਹੇ ਨੇ ਤੇ ਇਹਦੇ ਨਾਲ ਖੇਤੀਬਾੜੀ ਵੀ, ਸਬਜ਼ੀਆਂ ਦੀ ਸਪਲਾਈ ਵੀ ਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਦਾ ਵਿਘਨ ਪੈਣਾ ਲਾਜ਼ਮੀ ਹੈ। ਤੇ ਮੁੱਖ ਮੰਤਰੀ ਕਹਿੰਦੇ ਹੁਣ ਸਾਡੇ ਕੋਲ ਹੋਰ ਦੱਸੋ ਕਰੀਏ ਕੀ। ਰਾਜਘਾਟ ਤੇ ਕਹਿੰਦੇ ਸੰਕੇਤਕ ਧਰਨਾ ਦੇਣ ਦਾ ਅਸੀਂ ਫੈਸਲਾ ਕੀਤਾ ਹੈ ਤਾਂ ਕਿ ਅਸੀਂ ਮੋਦੀ ਸਰਕਾਰ ਦਾ ਧਿਆਨ ਪੰਜਾਬ ਦੀ ਇਸ ਨਾਜ਼ੁਕ ਸਥਿਤੀ ਵੱਲ ਖਿੱਚ ਸਕੀਏ। ਹੁਣ ਦਿੱਲੀ ਦੇ ਵਿੱਚ ਧਾਰਾ 144 ਲੱਗੀ ਹੋਈ ਹੈ, ਜਿਸ ਦੇ ਕਾਰਨ ਭਾਵੇਂ ਵਿਧਾਇਕ ਨੇ ਭਾਵੇਂ ਕੋਈ ਹੋਰ ਨੇ, ਪਤਾ ਹੈ ਕਿ ਵਾਧੂ ਬੰਦੇ ਇਕੱਠੇ ਨਹੀਂ ਕੀਤੇ ਜਾ ਸਕਦੇ। ਇਸ ਦੇ ਕਾਰਨ ਚਾਰ ਜਥਿਆਂ ਦੇ ਵਿੱਚ ਮਹਾਤਮਾ ਗਾਂਧੀ ਦੀ ਸਮਾਧੀ ਤੇ ਇਹ ਲੋਕ ਧਰਨਾ ਦੇਣਗੇ। ਉਹ ਕਹਿੰਦੇ ਪਹਿਲੇ ਜਥੇ ਦੀ ਅਗਵਾਈ ਮੈਂ ਖੁਦ ਕਰਾਂਗਾ ਤੇ ਸਵੇਰੇ 10:30 ਵਜੇ ਅਸੀਂ ਉਸ ਸਮਾਧੀ ਵੱਲ ਨੂੰ ਜਾਵਾਂਗੇ ਤੇ ਉੱਥੇ ਧਰਨਾ ਦੇਵਾਂਗੇ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰੀ ਫਿਰ ਅਪੀਲ ਕੀਤੀ ਹੈ। ਅਪੀਲ ਉਹਨਾਂ ਨੇ ਇਹ ਕੀਤੀ ਹੈ, ਪਹਿਲਾਂ ਤਾਂ ਉਹ ਅਪੀਲ ਇਹ ਕਰ ਰਹੇ ਸੀ ਸਾਰੀਆਂ ਸਿਆਸੀ ਧਿਰਾਂ ਨੂੰ ਕਿ ਆਓ ਆਪਾਂ ਰਾਮਨਾਥ ਕੋਵਿੰਦ ਨੂੰ ਇੱਕ ਵਫਦ ਦੇ ਰੂਪ ਵਿੱਚ ਮਿਲਣ ਚੱਲੀਏ, ਪਰ ਹੁਣ ਉਹ ਅਪੀਲ ਕਰ ਰਹੇ ਹੈ ਕਿ ਆਪਾਂ ਇਜਲਾਸ ਤੋਂ ਬਾਅਦ ਸਾਰੀਆਂ ਸਿਆਸੀ ਧਿਰਾਂ ਨੇ ਖੇਤੀ ਬਿੱਲਾਂ ਦੇ ਮੁੱਦੇ ਤੇ ਰਾਸ਼ਟਰਪਤੀ ਦੇ ਦਖਲ ਲਈ ਉਹਨਾਂ ਨੂੰ ਮਿਲਣ ਵਾਸਤੇ 4 ਨਵੰਬਰ ਦਾ ਸਰਬਸੰਮਤੀ ਨਾਲ ਮਤਾ ਮੰਗਿਆ ਸੀ ਤੇ ਫੈਸਲਾ ਕੀਤਾ ਸੀ। ਉਹ ਕਹਿੰਦੇ ਆਪਾਂ 21 ਅਕਤੂਬਰ ਨੂੰ ਰਾਸ਼ਟਰਪਤੀ ਭਵਨ ਨੂੰ ਪੱਤਰ ਭੇਜ ਦਿੱਤਾ ਸੀ, 29 ਅਕਤੂਬਰ ਨੂੰ ਦੁਬਾਰਾ ਪੱਤਰ ਭੇਜਿਆ ਸੀ ਕਿ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ, ਪਰ ਕਹਿੰਦੇ ਸਾਨੂੰ ਜਿਹੜੀ ਚਿੱਠੀ ਮਿਲੀ ਹੈ ਉਹ ਚਿੱਠੀ ਵਿੱਚ ਉਹਨਾਂ ਨੇ ਲਿਖ ਦਿੱਤਾ ਕਿ ਹਲੇ ਗਵਰਨਰ ਨੇ, ਪੰਜਾਬ ਦੇ ਰਾਜਪਾਲ ਨੇ ਇਹ ਜਿਹੜੇ ਤੁਹਾਡੇ ਸੋਧੇ ਬਿੱਲ ਨੇ ਉਹ ਹਲੇ ਪੈਂਡਿੰਗ ਰੱਖੇ ਹੋਏ ਨੇ, ਜਿੰਨੀ ਦੇਰ ਤੱਕ ਉਹੀ ਉੱਤੇ ਕੋਈ ਫੈਸਲਾ ਨਹੀਂ ਲੈਂਦੇ ਰਾਸ਼ਟਰਪਤੀ ਨੂੰ ਮਿਲਣ ਦੀ ਕੋਈ ਤੁਕ ਨਹੀਂ ਬਣਦੀ। ਉਹ ਕਹਿੰਦੇ ਇਸ ਕਰਕੇ ਆਹ ਅਪੀਲ ਤੁਹਾਨੂੰ ਸਾਰੀਆਂ ਸਿਆਸੀ ਧਿਰਾਂ ਨੂੰ ਹੈ ਕਿ ਆਓ ਵਫਦ ਦੇ ਰੂਪ ਵਿੱਚ ਸਾਡੇ ਨਾਲ ਚੱਲੋ ਅਤੇ ਆਪਾਂ ਹੁਣ ਦਿੱਲੀ ਦੇ ਵਿੱਚ ਰਾਜਘਾਟ ਤੇ ਬਹਿ ਕੇ 4 ਵਿਧਾਇਕ ਧਰਨਾ ਦੇਈਏ ਤਾਂ ਕਿ ਕੇਂਦਰ ਸਰਕਾਰ ਨੂੰ ਪਤਾ ਲੱਗੇ ਕਿ ਸੱਚੀ ਮੁੱਚੀ ਪੰਜਾਬ ਦੇ ਲੋਕਾਂ ਦੀ ਇਹ ਮੰਗ ਹੈ। ਪਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਵਾਲੇ ਆਖ ਰਹੇ ਨੇ, ਭਗਵੰਤ ਮਾਨ ਵੀ ਆਖ ਰਹੇ ਨੇ, ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਵੀ ਆਖ ਰਹੇ ਨੇ। ਉਹ ਕਹਿੰਦੇ ਡਰਾਮਾ ਬੰਦ ਕਰ ਕੈਪਟਨ ਅਮਰਿੰਦਰ ਸਿੰਘ, ਡਰਾਮਿਆਂ ਦੀ ਲੋੜ ਨਹੀਂ। ਪੰਜਾਬ ਦੇ ਸੰਘਰਸ਼ ਦੀ ਦੇਖ ਤਰਜ਼ ਕੀ ਹੈ। ਪੰਜਾਬ ਦੇ ਕਿਸਾਨ ਆ ਤੁਹਾਡੇ ਕੋਲੋਂ ਅਧੂਰੇ ਬਿੱਲ ਨਹੀਂ ਸੀ ਚਾਹੁੰਦੇ ਜਿਹੜੇ ਪਾਸ ਕਰਕੇ ਤੁਸੀਂ ਗਵਰਨਰ ਹਾਊਸ ਭੇਜੇ ਹੋਏ ਨੇ, ਜਿਹੜੇ ਹਾਲੇ ਪੈਂਡਿੰਗ ਪਏ ਨੇ। ਉਹ ਕਹਿੰਦੇ ਰਾਸ਼ਟਰਪਤੀ ਨੂੰ ਮਿਲਣ ਦੀ ਕੋਈ ਤੁਕ ਨਹੀਂ, ਇਸ ਤੇ ਪਹਿਲਾਂ ਹੀ ਕਹਿੰਦੇ ਸੀ। ਉੱਪਰ ਦੀ ਰਾਸ਼ਟਰਪਤੀ ਨੇ ਵੀ ਕੋਰਾ ਜਵਾਬ ਦੇ ਦਿੱਤਾ। ਹੁਣ ਵੇਖਦੇ ਹਾਂ ਕਿ ਧਰਨਿਆਂ ਦੇ ਵਿੱਚੋਂ ਪੰਜਾਬ ਦਾ ਤੇ ਪੰਜਾਬ ਦੀ ਕਿਸਾਨੀ ਦਾ ਬਣਦਾ ਕੀ ਹੈ। ਤੇ ਅੱਜ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਅਮਰੀਕਾ ਦੀ ਰਾਸ਼ਟਰਪਤੀ ਚੋਣ ਤੇ ਰਾਸ਼ਟਰਪਤੀ ਚੋਣ ਤੇ ਪਹਿਲੀ ਵਾਰੀ ਹੈ ਕਿ ਕਰੋੜਾਂ ਦਾ ਸੱਟਾ ਲੱਗਿਆ। ਅੱਜ 3 ਨਵੰਬਰ ਅਮਰੀਕਾ ਦੇ ਵਿੱਚ ਇੱਕ ਇਤਿਹਾਸਕ ਦਿਨ ਬਣਨ ਜਾ ਰਿਹਾ ਹੈ ਤੇ ਇਹਨਾਂ ਚੋਣਾਂ ਨੂੰ ਲੈ ਕੇ ਦੁਨੀਆ ਭਰ ਦੇ ਵਿੱਚ ਸੱਟੇਬਾਜ਼ੀ ਕਰ ਰਹੇ ਲੋਕ ਜ਼ਬਰਦਸਤ ਉਤਸ਼ਾਹ ਦਿਖਾ ਰਹੇ ਨੇ। ਇੱਕ ਰਿਪੋਰਟ ਦੇ ਮੁਤਾਬਕ ਇਹਨਾਂ ਚੋਣਾਂ ਦੇ ਲਗਭਗ $1 ਅਰਬ ਦਾ ਸੱਟਾ ਲੱਗਿਆ। ਜਿਹੜੀ ਸਾਲ 2016 ਦੇ ਵਿੱਚ ਹਿਲਰੀ ਕਲਿੰਟਨ ਵਰਸਸ ਡੋਨਲਡ ਟਰੰਪ ਦੇ ਵਿਚਕਾਰ ਚੋਣ ਹੋਈ ਸੀ, ਉਹਦੇ ਨਾਲੋਂ ਸੱਟਾ ਇਹ ਦੁੱਗਣੀ ਕੀਮਤ ਦਾ ਦੱਸਿਆ ਜਾ ਰਿਹਾ ਹੈ। ਪਰ ਜਿਹੜਾ ਇਹ ਸੱਟਾ ਲੱਗ ਰਿਹਾ ਹੈ, ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਾਈਡਨ ਤੇ ਜ਼ਿਆਦਾ ਲੋਕੀ ਦਾਅ ਲਾ ਰਹੇ ਨੇ। ਸ਼ਾਇਦ ਉਹ ਸੱਟੇਬਾਜ਼ਾਂ ਦੀ ਪਸੰਦ ਹੋ ਸਕਦੇ ਆ ਤੇ ਬਾਈਡਨ ਉਹਨਾਂ ਨੂੰ ਲੱਗਦਾ ਕਿ ਚੋਣ ਜਿੱਤਣਗੇ, ਪਰ ਇਹ ਫੈਸਲਾ ਵੋਟਰਾਂ ਦੇ ਹੱਥ ਹੈ। ਅੱਜ ਅਮਰੀਕੀ ਚੋਣਾਂ ਹੋ ਰਹੀਆਂ ਨੇ, ਲੋਕ ਵੱਧ ਚੜ ਕੇ ਇਸ ਵਕਤ ਵੋਟਾਂ ਪਾ ਰਹੇ ਨੇ। ਮੁਕਾਬਲਾ ਦਿਲਚਸਪ ਦੱਸਿਆ ਜਾ ਰਿਹਾ ਹੈ, ਹੋ ਸਕਦਾ ਕਾਂਟੇ ਦੀ ਟੱਕਰ ਹੋਵੇ, ਪਰ ਅੱਜ ਲੋਕਾਂ ਨੇ ਕਿਹਨੂੰ ਜਿਤਾਉਣਾ ਹੈ ਤੇ ਕਿਹਨੂੰ ਹਰਾਉਣਾ ਹੈ ਇਹ ਫੈਸਲਾ ਕਰ ਦੇਣਾ ਹੈ। ਤੇ ਜੋ ਬਾਈਡਨ ਦੇ ਖਿਲਾਫ ਚੋਣ ਲੜ ਰਹੇ ਨੇ ਮੌਜੂਦਾ ਰਾਸ਼ਟਰਪਤੀ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ, ਤੇ ਦੂਸਰੇ ਪਾਸੇ ਡੈਮੋਕ੍ਰੇਟਿਕ ਪਾਰਟੀ ਦੇ ਜੋ ਬਾਈਡਨ। ਟੱਕਰ ਭਾਵੇਂ ਸਖਤ ਹੋਵੇ ਜਾਂ ਨਾ, ਪਰ ਜਿੱਤ ਬਾਈਡਨ ਦੀ ਹੋਣ ਦੇ ਕਾਰਨ ਲੱਗ ਰਿਹਾ ਹੈ ਸੱਟੇਬਾਜ਼ਾਂ ਨੂੰ ਕਿ ਉਹ ਜਿੱਤਣਗੇ। ਇਸ ਕਰਕੇ ਜੋ ਬਾਈਡਨ ਦੇ ਹੱਕ ਵਿੱਚ ਜ਼ਿਆਦਾ ਸੱਟਾ ਲੱਗ ਰਿਹਾ ਹੈ। ਰਿਕਾਰਡ ਸੱਟੇਬਾਜ਼ੀ ਚੋਣਾਂ ਸ਼ੁਰੂ ਹੋਣ ਤੱਕ $1.3 ਅਰਬ ਤੱਕ ਪਹੁੰਚਣ ਦੀ ਉਮੀਦ ਹੈ। ਹਾਲੇ ਤੱਕ ਦੁਨੀਆ ਦੇ ਵਿੱਚ ਸੱਟਾ ਲੱਗਦਾ ਰਿਹਾ ਹੈ ਮੈਚਾਂ ਦੇ ਉੱਤੇ, ਫੁੱਟਬਾਲ ਮੈਚ ਦੇ ਉੱਤੇ, ਪਰ ਇਸ ਵਾਰ ਅਮਰੀਕੀ ਚੋਣਾਂ ਨੇ ਸਾਰੀਆਂ ਸੱਟੇਬਾਜ਼ੀਆਂ ਨੂੰ ਪਿੱਛੇ ਛੱਡ ਦਿੱਤਾ ਹੈ ਤੇ ਬਹੁਤ ਸਾਰੀਆਂ ਵੈਬਸਾਈਟਸ ਨੇ ਜਿਨ੍ਹਾਂ ਦੇ ਉੱਤੇ ਇਹ ਸੱਟੇਬਾਜ਼ੀ ਹੋ ਰਹੀ ਹੈ।
ਇਹਨਾਂ ਦੇ ਨਾਲ ਕਈ ਲੋਕਾਂ ਨੇ ਬਹੁਤ ਵੱਡੀ ਕੀਮਤ ਦੇ ਉੱਤੇ ਦਾ ਖੇਡਿਆ। ਇਹ ਕੈਨੇਡਾ ਦੇ ਵਿੱਚ ਵੀ ਹੈ, ਬਰਤਾਨੀਆ ਵਿੱਚ ਵੀ ਹੈ, ਨਿਊਜ਼ੀਲੈਂਡ ਵਿੱਚ ਵੀ ਹੈ ਤੇ ਕਈ ਅਮਰੀਕਾ ਦੇ ਵਿੱਚ ਵੀ। ਹੁਣ ਨਿਊਜ਼ ਏਜੰਸੀ ਰਾਈਟਰਸ ਦੇ ਮੁਤਾਬਕ ਨਿਊਜ਼ੀਲੈਂਡ ਦੀ ਵੈਬਸਾਈਟ ਹੈ ਪ੍ਰੈਡਿਕਟਡ, ਇਹਦੇ ਤੇ ਬਾਈਡਨ ਦੇ ਉੱਤੇ 68 ਸੈਂਟ ਤੇ ਟਰੰਪ ਦੇ ਉੱਤੇ 41 ਸੈਂਟ ਦੇ ਹਿਸਾਬ ਦੇ ਨਾਲ ਸੱਟਾ ਲੱਗ ਰਿਹਾ। ਬਰਤਾਨੀਆ ਦੀ ਬੈਟਫੇਅਰ ਐਕਸਚੇਂਜ, ਇਹਦੇ ਤੇ ਸੱਟੇਬਾਜ਼ੀ ਹੋ ਰਹੀ ਹੈ, ਜਿਹਦੇ ਵਿੱਚ ਬਾਈਡਨ ਦੇ ਜਿੱਤਣ ਦੀ ਸੰਭਾਵਨਾ 65% ਦੱਸੀ ਜਾ ਰਹੀ ਹੈ ਅਤੇ ਰਾਸ਼ਟਰਪਤੀ ਟਰੰਪ ਦੀ ਸਿਰਫ 35% ਦੱਸੀ ਜਾ ਰਹੀ ਹੈ। ਅਤੇ ਪ੍ਰੈਡਿਕਟਡ ਦੇ ਪਬਲਿਕ ਅੰਗੇਜਮੈਂਟ ਦੇ ਮੁਖੀ ਨੇ ਵਿਲ ਜੈਨਿੰਗਸ, ਉਹਨਾਂ ਦੇ ਮੁਤਾਬਕ 14 ਸਵਿੰਗ ਵਾਲੇ ਰਾਜਾਂ ਦੇ ਵਿੱਚੋਂ 10 ਦੇ ਵਿੱਚੋਂ ਉਮੀਦ ਕੀਤੀ ਜਾ ਰਹੀ ਹੈ ਕਿ ਸ਼ਾਇਦ ਬਾਈਡਨ ਦੇ ਹੱਕ ਵਿੱਚ ਭੁਗਤਣਗੇ ਅਤੇ ਬਾਕੀਆਂ ਦੇ ਵਿੱਚੋਂ ਲੱਗਦਾ ਹੈ ਕਿ ਰਾਸ਼ਟਰਪਤੀ ਟਰੰਪ ਦੇ ਹੱਕ ਵਿੱਚ ਭੁਗਤਣਗੇ। ਇਸੇ ਤਰ੍ਹਾਂ BC ਬੈਟਰਸ ਨਾਮਕ ਵੈਬਸਾਈਟ ਤੇ 44% ਲੋਕ ਰਾਸ਼ਟਰਪਤੀ ਟਰੰਪ ਦੇ ਜਿੱਤਣ ਦੀ ਉਮੀਦ ਲਾਈ ਬੈਠੇ ਨੇ ਤੇ ਇਹਦੇ ਤੇ ਦਾਅ ਲਾਇਆ ਉਹਨਾਂ ਨੇ, ਜਦਕਿ 27% ਲੋਕਾਂ ਨੇ ਬਾਈਡਨ ਦੇ ਜਿੱਤਣ ਦੇ ਉੱਤੇ ਦਾਅ ਲਾਇਆ। ਤੇ ਓਪੀਨੀਅਨ ਪੋਲ ਵੀ ਹੁਣ ਤੱਕ ਬਹੁਤੀ ਬਾਈਡਨ ਦੇ ਹੱਕ ਵਿੱਚ ਆ ਰਹੇ ਨੇ, ਪਰ ਸੱਟੇਬਾਜ਼ੀ ਹੈ ਇਹ ਪੋਲ ਨੇ, ਇਹਨਾਂ ਨੂੰ ਚੋਣ ਨਾ ਸਮਝੀ ਜਾਵੇ, ਇਹਨਾਂ ਨੂੰ ਵੋਟ ਨਾ ਸਮਝੀ ਜਾਵੇ। ਬਹੁਤ ਵਾਰੀ ਲੋਕ ਨੇ ਉਹ ਸੱਟਾ ਕਿਸੇ ਹੋਰ ਤੇ ਲਾਉਂਦੇ ਰਹਿੰਦੇ ਨੇ, ਅਸਲ ਦੇ ਵਿੱਚ ਜਿੱਤ ਕਿਸੇ ਹੋਰ ਨੂੰ ਨਸੀਬ ਹੋ ਜਾਂਦੀ ਹੈ। ਸੋ ਅੱਜ ਨਤੀਜੇ ਆ ਜਾਣੇ ਨੇ, ਪਤਾ ਲੱਗ ਜਾਣਾ ਹੈ ਕਿ ਕੌਣ ਜਿੱਤਦਾ ਤੇ ਕੌਣ ਹਾਰਦਾ, ਪਰ ਸਾਰੇ ਨਤੀਜਿਆਂ ਦੀ ਹਾਲੇ ਉਡੀਕ ਕਰਨੀ ਪਏਗੀ ਕਿਉਂਕਿ ਤਕਰੀਬਨ 24 ਕਰੋੜ ਲੋਕ ਨੇ ਜਿਹੜੇ ਇਸ ਵਾਰ ਆਪਣੀ ਰਾਸ਼ਟਰਪਤੀ ਅਹੁਦੇ ਦੀ ਚੋਣ ਵਾਸਤੇ ਵੋਟ ਪਾਉਣਗੇ। ਭਾਵੇਂ ਕਿ ਵੱਡੀ ਗਿਣਤੀ ਵਿੱਚ ਅਮਰੀਕਾ ਦੇ ਲੋਕ ਜਿਹੜੇ ਵੋਟਰ ਨੇ ਉਹ ਜਾਂ ਤਾਂ ਐਡਵਾਂਸ ਪੋਲ ਦੇ ਵਿੱਚ ਆਪਣੀ ਵੋਟ ਪਾ ਚੁੱਕੇ ਹੈ ਤੇ ਜਾਂ ਫਿਰ ਮੇਲ ਇਨ ਬੈਲਟ ਦੇ ਰਾਹੀਂ ਆਪਣੀ ਉਹ ਵੋਟ ਪਾ ਚੁੱਕੇ ਹੈ। ਤੇ ਇਸ ਵਾਰ ਕਮਲਾ ਹੈਰਿਸ ਡੈਮੋਕ੍ਰੈਟਿਕ ਪਾਰਟੀ ਦੀ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹੈ ਅਤੇ ਭਾਰਤ ਦੇ ਤਾਮਿਲਨਾਡੂ ਦੇ ਪਿੰਡ ਥੁਲਸਿੰਦਰਪੁਰਮ ਥਿਰੂਵਰੂਰ ਜ਼ਿਲ੍ਹੇ ਦੇ ਵਿੱਚ ਉਹ ਇਸ ਵਕਤ ਲੋਕ ਪ੍ਰਾਰਥਨਾਵਾਂ ਕਰ ਰਹੇ ਨੇ ਕਿਉਂਕਿ ਉਹਨਾਂ ਦਾ ਇਹ ਪੁਰਾਣਾ ਪਿੰਡ ਹੈ, ਕਿਉਂਕਿ ਉਹਨਾਂ ਦੀ ਮਾਂ ਇੱਥੋਂ ਦੀ ਸੀ। ਦੱਸਣਾ ਬਣਦਾ ਕਿ ਚੋਣਾਂ ਤੋਂ ਪਹਿਲਾਂ ਲਗਭਗ 100 ਮਿਲੀਅਨ ਜਿਹੜੇ ਲੋਕ ਵੋਟ ਪਾ ਚੁੱਕੇ ਨੇ, ਇਸ ਕਰਕੇ ਅੱਜ ਪੂਰਨ ਤੌਰ ਤੇ ਨਤੀਜੇ ਨਹੀਂ ਆ ਸਕਦੇ। ਹੁਣ ਵੱਡੀ ਗਿਣਤੀ ਵਿੱਚ ਇੱਕ ਸਰਵੇ ਹੋਰ ਵੀ ਸਾਹਮਣੇ ਆਇਆ ਸੀ, ਬੀਤੇ ਦਿਨੀ ਤੁਹਾਡੇ ਨਾਲ ਖਬਰ ਵੀ ਸਾਂਝੀ ਕੀਤੀ ਸੀ ਕਿ ਅਮਰੀਕਾ ਦੇ ਬਹੁਤ ਸਾਰੇ ਲੋਕ ਨੇ ਜਿਹੜੇ ਵੱਡੀ ਗਿਣਤੀ ਵਿੱਚ ਹਥਿਆਰ ਵੀ ਖਰੀਦ ਰਹੇ ਨੇ ਕਿਉਂਕਿ ਰਾਸ਼ਟਰਪਤੀ ਬਣਨ ਲਈ ਦੋਵੇਂ ਉਮੀਦਵਾਰਾਂ ਦੇ ਵਿੱਚੋਂ ਹਰ ਇੱਕ ਦਾ ਸਮਰਥਕ ਆਪੋ ਆਪਣੀ ਜਿੱਤ ਦੇ ਦਾਅਵੇ ਕਰ ਰਿਹਾ ਹੈ। ਅਮਰੀਕਾ ਦੇ ਵਿੱਚ ਅਸਲ ਦੇ ਵਿੱਚ ਜਿਹੜੇ ਵਿਅਕਤੀ ਨੇ 538 ਦੇ ਵਿੱਚੋਂ ਇੱਥੇ ਇਲੈਕਟੋਰਲ ਕਾਲਜ ਦੇ ਹਿਸਾਬ ਨਾਲ ਜਿਨ੍ਹਾਂ ਨੇ 270 ਤੇ ਜਿੱਤ ਪ੍ਰਾਪਤ ਕਰ ਲਈ, ਉਹਨੇ ਰਾਸ਼ਟਰਪਤੀ ਬਣ ਜਾਣਾ। ਪਰ ਹੁਣ ਚੋਣ ਨਤੀਜੇ ਹਲੇ ਆਏ ਨਹੀਂ, ਹਲੇ ਚੋਣਾਂ ਹੋ ਰਹੀਆਂ ਨੇ, ਵੋਟਾਂ ਪੈ ਰਹੀਆਂ ਨੇ, ਪਰ ਰਾਸ਼ਟਰਪਤੀ ਟਰੰਪ ਦੇ ਜਿਹੜੇ ਸਮਰਥਕ ਨੇ ਉਹ ਜਿੱਤ ਦਾ ਜਸ਼ਨ ਮਨਾ ਰਹੇ ਨੇ। ਹੋ ਸਕਦਾ ਰਾਸ਼ਟਰਪਤੀ ਟਰੰਪ ਜਿੱਤ ਵੀ ਜਾਣ, ਪਰ ਹਾਲੇ ਨਤੀਜਾ ਨਹੀਂ ਆਇਆ। ਜਾਣਕਾਰੀ ਮਿਲੀ ਹੈ ਕਿ ਮਿਸ਼ੀਗਨ ਦੇ ਵਿੱਚ ਬੀਤੀ ਅੱਧੀ ਰਾਤ ਨੂੰ ਇੱਕ ਚੋਣ ਰੈਲੀ ਹੋਈ। ਇੱਕ ਵਾਰ ਫਿਰ ਤੋਂ ਭਵਿੱਖਬਾਣੀ ਕੀਤੀ ਕਿ ਜਿੱਤ ਰਾਜਨੀਤੀ ਦੇ ਇਤਿਹਾਸ ਦੇ ਵਿੱਚ ਰਾਸ਼ਟਰਪਤੀ ਟਰੰਪ ਦੀ ਵੱਡੀ ਹੋਏਗੀ। ਰਾਸ਼ਟਰਪਤੀ ਟਰੰਪ ਨੇ ਇਸ ਚੋਣ ਰੈਲੀ ਦੇ ਵਿੱਚ ਇੱਕ ਲਾਲ ਰੰਗ ਦੀ ਟੋਪੀ ਪਾਈ ਤੇ ਟੋਪੀ ਤੇ ਲਿਖਿਆ ਸੀ ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਓ। ਅਸਲ ਦੇ ਵਿੱਚ ਉਹਨਾਂ ਦਾ ਨਾਰਾ ਵੀ ਇਹੋ ਹੀ ਸੀ, ਇਸ ਵਾਰੀ ਵੀ ਤੇ ਪਿਛਲੀ ਵਾਰੀ ਵੀ। ਜਿਸ ਵੇਲੇ ਮਿਸ਼ੀਗਨ ਦੇ ਵਿੱਚ ਰਾਸ਼ਟਰਪਤੀ ਟਰੰਪ ਰੂਸ ਦੀ ਜਾਂਚ ਅਤੇ ਮਹਾਦੋਸ਼ ਨਾਲ ਜੁੜੀਆਂ ਸ਼ਿਕਾਇਤਾਂ ਨੂੰ ਹਵਾ ਦੇ ਰਹੇ ਸਨ, ਠੀਕ ਉਸੇ ਵੇਲੇ ਲਗਭਗ 11:15 ਵਜੇ ਸਨ। ਹਿਲਰੀ ਕਲਿੰਟਨ ਜਿਹਨਾਂ ਨੇ ਪਿਛਲੀ ਵਾਰੀ ਇਹਨਾਂ ਦੇ ਖਿਲਾਫ ਚੋਣ ਲੜੀ ਸੀ ਤੇ ਦੂਸਰੇ ਪਾਸੇ ਜਿਹੜੇ ਇਸ ਵਾਰ ਇਹਨਾਂ ਦੇ ਖਿਲਾਫ ਚੋਣ ਲੜ ਰਹੇ ਨੇ, ਉਹਨਾਂ ਨੇ ਇੱਕ ਚੇਤਾਵਨੀ ਭਰੇ ਟਵੀਟ ਕੀਤੇ। ਉਹਨਾਂ ਲਿਖਿਆ ਕਿ ਜੇਕਰ ਅਸੀਂ ਡੋਨਲਡ ਟਰੰਪ ਨੂੰ ਵਾਈਟ ਹਾਊਸ ਵਿੱਚ ਫਿਰ ਤੋਂ 4 ਸਾਲ ਦਾ ਸਮਾਂ ਦਿੰਦੇ ਹਾਂ ਤਾਂ ਉਹ ਹਮੇਸ਼ਾ ਲਈ ਅਮਰੀਕਾ ਦੇ ਚਰਿੱਤਰ ਨੂੰ ਬਦਲ ਦੇਵੇਗਾ, ਪਰ ਅਸੀਂ ਅਜਿਹਾ ਹੋਣ ਨਹੀਂ ਦੇਵਾਂਗੇ। ਡੋਨਲਡ ਟਰੰਪ ਦਾ ਇੱਕ ਡਾਂਸ ਕਰਦਿਆਂ ਦਾ, ਇੱਕ ਭੰਗੜਾ ਜਿਹਾ ਪਾਉਂਦਿਆਂ ਦਾ ਵੀਡੀਓ ਵੀ ਸਾਹਮਣੇ ਆਇਆ। ਇਹ ਕਾਫੀ ਵਾਇਰਲ ਵੀ ਹੋਇਆ। ਹੋ ਸਕਦਾ ਤੁਹਾਡੇ ਵਿੱਚੋਂ ਕਈਆਂ ਨੇ ਦੇਖਿਆ ਵੀ, ਭਾਵ ਉਹਨਾਂ ਨੂੰ ਲੱਗਦਾ ਕਿ ਮੈਂ ਸ਼ਾਇਦ ਜਿੱਤ ਜਾਣਾ, ਹੋ ਸਕਦਾ ਜਿੱਤ ਵੀ ਜਾਣ। ਪਰ ਜਿਹੜੇ ਪ੍ਰੀ ਪੋਲ ਸਰਵੇ ਆਈ ਹੈ ਉਹਦੇ ਵਿੱਚ ਬਹੁਤਿਆਂ ਦੇ ਵਿੱਚ ਰਾਸ਼ਟਰਪਤੀ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਜੋ ਬਾਈਡਨ ਨੂੰ ਜਿੱਤ ਦਿਖਾਈ ਜਾ ਰਹੀ ਹੈ। ਪਰ ਰਾਸ਼ਟਰਪਤੀ ਟਰੰਪ ਕਹਿੰਦੇ ਮੈਂ ਨਹੀਂ ਮੰਨਦਾ ਇਹਨਾਂ ਨੂੰ। ਉਹ ਕਹਿੰਦੇ ਪਹਿਲਾਂ ਵੀ ਇੰਝ ਹੀ ਹੁੰਦਾ ਸੀ, ਪਿਛਲੀ ਵਾਰੀ ਵੀ ਹਿਲਰੀ ਕਲਿੰਟਨ ਨੂੰ ਦਿਖਾਉਂਦੇ ਸੀ ਕਿ ਉਹ ਜਿੱਤ ਜੂ, ਪਰ ਇੰਝ ਨਹੀਂ ਹੋਇਆ। ਪਰ ਮਿਸ਼ੀਗਨ ਦੇ ਵਿੱਚ ਸਮਰਥਕਾਂ ਦੀ ਭੀੜ ਨੂੰ ਸੰਬੋਧਨ ਜਦੋਂ ਕਰ ਰਹੇ ਸੀ ਤੇ ਉੱਥੇ ਭੀੜ ਜਿੰਨੀ ਵੀ ਜੁੜੀ ਹੋਈ ਸੀ, ਕਿਉਂਕਿ ਰਾਸ਼ਟਰਪਤੀ ਟਰੰਪ ਦੇ ਉਹ ਸਮਰਥਕ ਸਨ, ਉਹ ਕਹਿੰਦੇ ਵੀ ਦੇਖੋ ਇਸ ਵਕਤ
ਅਸੀਂ ਚਾਹੁੰਦੇ ਹਾਂ ਕਿ 4 ਹੋਰ ਸਾਲ ਤੇ 4 ਹੋਰ ਸਾਲ ਭਾਵ ਰਾਸ਼ਟਰਪਤੀ ਟਰੰਪ ਜਿੱਤਣ, ਭਾਵ ਉਹਦੇ ਸਮਰਥਕ ਜਸ਼ਨ ਮਨਾ ਰਹੇ ਸਨ। ਸੋ ਹਲੇ ਨਤੀਜਿਆਂ ਦਾ ਇੰਤਜ਼ਾਰ ਹੈ। ਪਰ ਇੱਕ ਗੱਲ ਮੰਨਣੀ ਪਊ, ਜਿਸ ਤਰ੍ਹਾਂ ਭਾਰਤ ਦੇ ਵਿੱਚ ਧਰਮ ਦੇ ਨਾਂ 'ਤੇ, ਜਾਤ ਦੇ ਨਾਂ 'ਤੇ, ਫਿਰਕਾ ਪ੍ਰਸਤੀ ਦੇ ਨਾਂ 'ਤੇ ਕਈ ਵਾਰੀ ਭਾਈਚਾਰੇ ਦੇ ਉੱਤੇ ਰਾਜਨੀਤੀ ਭਾਰੂ ਪੈਂਦੀ ਹੈ ਨਾ, ਇਸ ਵਾਰ ਅਮਰੀਕਾ ਦੇ ਵਿੱਚ ਵੀ ਨਜ਼ਰ ਆ ਰਿਹਾ ਕਿ ਭਾਈਚਾਰਕ ਸਾਂਝ ਦੇ ਉੱਤੇ ਸਿਆਸਤ ਭਾਰੂ ਹੈ, ਕਿਉਂਕਿ ਹਿੰਸਾ ਦੇ ਖਦਸ਼ੇ ਨੇ। ਵਾਈਟ ਹਾਊਸ ਜਿਹੜੇ ਪ੍ਰਮੁੱਖ ਵਪਾਰਕ ਖੇਤਰ ਨੇ, ਇੱਥੋਂ ਦੀਆਂ ਮਾਰਕੀਟਸ ਨੇ, ਉਹਨਾਂ ਦੇ ਵਿੱਚ ਸੁਰੱਖਿਆ ਦਾ ਇੰਤਹਾ ਵਾਧਾ ਕਰ ਦਿੱਤਾ ਗਿਆ। ਅੱਜ ਵੋਟਾਂ ਪਾਉਣ ਤੋਂ ਪਹਿਲਾਂ ਮਹੱਤਵਪੂਰਨ ਸਾਰੇ ਸਰਕਾਰੀ ਅਦਾਰੇ ਹਾਈ ਅਲਰਟ 'ਤੇ ਰੱਖੇ ਗਏ ਹੈ। ਖੁਫੀਆ ਏਜੰਸੀਆਂ ਨੇ ਵਾਈਟ ਹਾਊਸ ਨੂੰ ਇੱਕ ਕਿਲੇ ਵਰਗਾ ਬਣਾ ਦਿੱਤਾ, ਕਿਲੇ 'ਚ ਤਬਦੀਲ ਕਰ ਦਿੱਤਾ ਗਿਆ ਅਤੇ ਰਾਸ਼ਟਰਪਤੀ ਦੀ ਰਿਹਾਇਸ਼ ਤੇ ਆਲੇ ਦੁਆਲੇ ਜਿਹੜੇ ਹੋਰ ਉਹਨਾਂ ਦੇ ਅਹਾਤੇ ਨੇ, ਖਾਣ ਪੀਣ ਦਾ ਥਾਂ ਹੈ, ਜਿੱਥੇ ਪਾਰਕਾਂ ਨੇ, ਉਹਦੇ ਆਲੇ ਦੁਆਲੇ ਐਨ ਉੱਚੀ ਉੱਚੀ ਫੈਂਸ ਕਰ ਦਿੱਤੀ ਗਈ ਹੈ ਅਸਥਾਈ ਤੌਰ 'ਤੇ। ਅਤੇ ਚੋਣਾਂ ਤੋਂ ਪਹਿਲਾਂ ਹਿੰਸਾ ਦੇ ਡਰ ਦੇ ਮੱਦੇਨਜ਼ਰ ਬਹੁਤ ਸਾਰੀਆਂ ਦੁਕਾਨਾਂ, ਵੱਡੇ ਵੱਡੇ ਸਟੋਰ, ਉਹਨਾਂ ਦੇ ਆਲੇ ਦੁਆਲੇ ਵੀ ਬਹੁਤ ਸਾਰੀਆਂ ਦੇ ਉੱਤੇ ਲੱਕੜ ਦੇ ਫਰੇਮ ਭਾਵ ਫੈਂਸਿੰਗ ਕਰ ਦਿੱਤੀ ਗਈ ਹੈ। ਇਹ ਸਥਿਤੀ ਨਿਊਯਾਰਕ ਤੋਂ ਬੋਸਟਨ ਤੱਕ ਦੇਖੀ ਜਾ ਸਕਦੀ ਹੈ, ਹੂਸਟਨ ਤੋਂ ਵਾਸ਼ਿੰਗਟਨ ਤੱਕ ਦੇਖੀ ਜਾ ਸਕਦੀ ਹੈ, ਸ਼ਿਕਾਗੋ ਤੱਕ ਦੇਖੀ ਜਾ ਸਕਦੀ ਹੈ। ਅਤੇ ਉਮੀਦ ਹੈ ਕਿ ਇਸ ਸਾਲ ਦੀਆਂ ਇਹ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਭਾਈਚਾਰਕ ਕਿਤੇ ਵੰਡੀਆਂ ਨਾ ਪਾ ਜਾਣ, ਪਰ ਮੰਨਿਆ ਜਾ ਰਿਹਾ ਹੈ। ਪਰ ਦੂਸਰੇ ਪਾਸੇ ਜਦੋਂ ਰਾਸ਼ਟਰਪਤੀ ਡੋਨਲਡ ਟਰੰਪ ਇਹ ਆਖ ਰਹੇ ਨੇ, ਕਿਉਂਕਿ ਬੀਤੇ ਐਤਵਾਰ ਨੂੰ ਰਾਸ਼ਟਰਪਤੀ ਟਰੰਪ ਖੁਦ ਉਹਨਾਂ ਰਿਪੋਰਟਾਂ ਨੂੰ ਖਾਰਜ ਕਰ ਰਹੇ ਸੀ ਕਿ ਅੱਜ ਮੰਗਲਵਾਰ ਵਾਲੇ ਦਿਨ ਚੋਣਾਂ ਮੁਕੰਮਲ ਹੋਣ ਤੋਂ ਬਾਅਦ ਸਮੇਂ ਤੋਂ ਪਹਿਲਾਂ ਹੀ ਜਿੱਤ ਦਾ ਐਲਾਨ ਕਰਨ ਦੀ ਯੋਜਨਾ ਬਣਾ ਰਹੇ ਨੇ। ਉਹ ਕਹਿੰਦੇ ਨਹੀਂ, ਮੈਂ ਸੰਕੇਤ ਇਹ ਦਿੱਤਾ ਹੈ ਕਿ ਨਤੀਜੇ ਭਾਵੇਂ ਕੁਝ ਵੀ ਹੋਣ, ਮੈਂ ਕਾਨੂੰਨੀ ਜੰਗ ਵਾਸਤੇ ਤਿਆਰ ਹਾਂ। ਅਸਲ ਦੇ ਵਿੱਚ ਨਾਰਥ ਕੈਰੋਲੀਨਾ ਦੇ ਹਵਾਈ ਅੱਡੇ 'ਤੇ ਉਹ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀ। ਟਰੰਪ ਨੇ ਕਿਹਾ ਕਿ ਖਤਰਨਾਕ ਗੱਲ ਹੈ ਕਿ ਚੋਣਾਂ ਤੋਂ ਬਾਅਦ ਬੈਲਟ ਇਕੱਠੇ ਕੀਤੇ ਜਾਣ। ਉਹਨਾਂ ਕਿਹਾ ਕਿ ਜਦੋਂ ਲੋਕਾਂ ਜਾਂ ਸੂਬਿਆਂ ਨੂੰ ਚੋਣਾਂ ਤੋਂ ਬਾਅਦ ਲੰਬੇ ਸਮੇਂ ਤੱਕ ਬੈਲਟ ਪੇਪਰਾਂ ਨੂੰ ਜਮ੍ਹਾਂ ਕਰਨ ਦੀ ਆਗਿਆ ਦਿੱਤੀ ਜਾਵੇ ਤਾਂ ਇਹ ਖਤਰਨਾਕ ਰੁਝਾਨ ਨਹੀਂ ਮੈਨੂੰ ਤਾਂ ਲੱਗ ਰਿਹਾ, ਕਹਿੰਦੇ ਕਿ ਇਸ ਨਾਲ ਵੱਡਾ ਖਤਰਾ ਹੈ, ਵੱਡੇ ਪੱਧਰ 'ਤੇ ਧੋਖਾਧੜੀ ਹੋ ਸਕਦੀ ਹੈ, ਇਹਨਾਂ ਦੀ ਦੁਰਵਰਤੋਂ ਹੋ ਸਕਦੀ ਹੈ, ਇਹ ਖਤਰਨਾਕ ਹੈ। ਕਹਿੰਦੇ ਅਸੀਂ ਕੰਪਿਊਟਰ ਦੇ ਆਧੁਨਿਕ ਜ਼ਮਾਨੇ ਵਿੱਚ ਵੀ ਚੋਣਾਂ ਵਾਲੀ ਰਾਤ ਨੂੰ ਜੇਕਰ ਨਤੀਜੇ ਨਹੀਂ ਦੇ ਸਕਦੇ ਤੇ ਅਸੀਂ ਕਿਹੜੇ ਯੁੱਗ ਵਿੱਚ ਰਹਿੰਦੇ ਹਾਂ। ਪਰ ਟਰੰਪ ਸਾਹਿਬ ਇਹ ਸਿਰਫ ਅਮਰੀਕਾ 'ਚ ਥੋੜ੍ਹੀ ਹੋ ਰਿਹਾ, ਉਹ ਇੰਡੀਆ ਵੱਲ ਤਾਂ 15-15, 20 ਦਿਨ, 25-25 ਦਿਨ ਨਤੀਜੇ ਨਹੀਂ ਦੱਸਦੇ। ਉਹ ਤਾਂ ਨਾਲੇ ਮਸ਼ੀਨਾਂ 'ਚ ਦਿੰਦੇ ਆ, ਉਹ ਤਾਂ ਤੁਹਾਡੇ ਵਾਂਗੂ ਬੈਲਟ ਪੇਪਰ 'ਤੇ ਵੋਟ ਨਹੀਂ ਪਾਉਂਦੇ। ਆ ਕੈਨੇਡਾ ਦੇ ਵਿੱਚ ਦੇਖ ਲਓ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਚੋਣਾਂ ਕਿੰਨੇ ਦਿਨ ਹੋ ਚੁੱਕੀਆਂ ਹੋਈਆਂ ਨੇ। ਜਿਹੜੀਆਂ ਐਡਵਾਂਸ ਪੋਲ ਪਈਆਂ ਨੇ ਜਾਂ ਜਿਹੜੀਆਂ ਮੇਲ ਇਨ ਬੈਲਟ ਦੇ ਵਿੱਚ ਵੋਟਾਂ ਪਈਆਂ ਨੇ, ਹਾਲੇ ਉਹਨਾਂ ਦੀ ਗਿਣਤੀ ਸ਼ੁਰੂ ਨਹੀਂ ਕੀਤੀ ਗਈ। ਰਾਸ਼ਟਰਪਤੀ ਟਰੰਪ ਸਾਹਿਬ, ਇਹ ਜਿਹੜੇ ਪ੍ਰਸ਼ਾਸਨਿਕ ਸੁਧਾਰ ਤੁਸੀਂ ਕਰਨੇ ਸੀ 2016 ਦੀਆਂ ਚੋਣਾਂ ਵਿੱਚ ਵੀ ਤੁਸੀਂ ਆਹੀ ਕੁਝ ਕਹਿੰਦੇ ਸੀ। ਆ 2020 ਭਾਵ 4 ਸਾਲ ਰਾਸ਼ਟਰਪਤੀ ਦੇ ਅਹੁਦੇ 'ਤੇ ਬਿਰਾਜਮਾਨ ਰਹੇ, ਉਹਦੇ ਤੋਂ ਬਾਅਦ ਵੀ ਤੁਸੀਂ ਆਹੀ ਗੱਲ ਕਹਿ ਰਹੇ ਹੋ। ਉਹ ਕਹਿੰਦੇ ਕਈ ਇਲਾਕਿਆਂ ਦੇ ਵਿੱਚ ਚੋਣਾਂ ਵਾਲੇ ਦਿਨ ਤੋਂ ਬਾਅਦ ਬੈਲਟ ਪੇਪਰ ਪ੍ਰਾਪਤ ਕੀਤੇ ਜਾਣ ਦੀ ਇਜਾਜ਼ਤ ਦੇਣ 'ਤੇ ਸੁਪਰੀਮ ਕੋਰਟ ਦੇ ਫੈਸਲੇ ਦੀ ਮੈਂ ਤਾਂ ਆਲੋਚਨਾ ਕਰਦਾ। ਉਹ ਕਹਿੰਦੇ ਚੋਣਾਂ ਹੁੰਦੇ ਸਾਰ ਹੀ ਉਹ ਆਪਣੇ ਵਕੀਲਾਂ ਦੇ ਨਾਲ ਮੈਂ ਤਿਆਰ ਰਹਾਂਗਾ। ਟਰੰਪ ਨੇ ਦਾਅਵਾ ਕੀਤਾ ਹੈ ਕਿ ਹਰ ਰੈਲੀ 'ਚ ਲੋਕਾਂ ਦੀ ਭੀੜ ਦੇਖ ਕੇ ਉਹਨਾਂ ਨੂੰ ਲੱਗਦਾ ਹੈ ਕਿ ਇਸ ਵਾਰ ਅਮਰੀਕਾ ਦਾ ਰਾਸ਼ਟਰਪਤੀ ਜੇ ਕੋਈ ਬਣਿਆ ਤਾਂ ਹੋਰ ਥੋੜ੍ਹੀ ਕੋਈ ਬਣੂ, ਉਹ ਮੈਂ ਬਣੂ। ਕਹਿੰਦੇ ਹੁਣ ਵੇਖੋ ਕਿ ਦੁਬਾਰਾ ਰਾਸ਼ਟਰਪਤੀ ਉਹ ਚੁਣੇ ਜਾਂਦੇ ਨੇ ਜਾਂ ਨਹੀਂ ਚੁਣੇ ਜਾਂਦੇ, ਪਰ ਜਾਂਦੇ ਜਾਂਦੇ ਆਖਰੀ ਰੈਲੀ ਦੇ ਵਿੱਚ ਵੀ ਆਲਮੀ ਮਹਾਂਮਾਰੀ ਕੋਵਿਡ-19 ਦੇ ਉੱਤੇ ਜਿੱਥੇ ਉਹ ਨਿਸ਼ਾਨੇ ਬੰਨ੍ਹ ਰਹੇ ਸੀ, ਉੱਥੇ ਉਹ ਚੀਨ ਨੂੰ ਇੱਕ ਵਾਰੀ ਫੇਰ ਨਿਸ਼ਾਨੇ 'ਤੇ ਰੱਖ ਰਹੇ ਸੀ। ਕਹਿੰਦੇ ਅਰਥਚਾਰਾ ਬੁਰੀ ਤਰ੍ਹਾਂ ਤਬਾਹ ਕੀਤਾ ਨਾ ਜੀ, ਤਾਂ ਇਸ ਕੋਵਿਡ-19 ਨੇ ਕੀਤਾ ਅਤੇ ਇਹਦਾ ਕਾਰਨ ਚੀਨ ਬਣਿਆ ਹੈ। ਆਰਥਿਕ ਪੱਧਰ 'ਤੇ ਕਹਿੰਦੇ ਅਮਰੀਕਾ ਪਲਾਂਘਾ ਪੁੱਟ ਰਿਹਾ ਸੀ, ਪਰ ਚੀਨ ਤੋਂ ਆਏ ਇੱਕ ਵਾਇਰਸ ਨੇ ਸਾਰਾ ਕੁਝ ਵਿਗਾੜ ਕੇ ਰੱਖ ਦਿੱਤਾ। ਟਰੰਪ ਨੇ ਕਿਹਾ ਕਿ ਉਹਨਾਂ ਲਾਕਡਾਊਨ ਕਰਕੇ 20 ਲੱਖ ਜਾਨਾਂ ਬਚਾਈਆਂ ਨੇ। ਟਰੰਪ ਨੇ ਕਹਿੰਦੇ ਪੂਰੀ ਦੁਨੀਆ ਦੇ ਵਿੱਚ ਕਰੋਨਾ ਵਾਇਰਸ ਦਾ ਜਿਹੜਾ ਫੈਲਾਅ ਹੋਇਆ, ਇਹਦਾ ਜੇਕਰ ਦੋਸ਼ੀ ਹੈ ਕੋਈ ਤਾਂ ਉਹ ਚੀਨ ਹੈ। ਹੁਣ ਇੱਕ ਬੜੀ ਮੰਦਭਾਗੀ ਖਬਰ ਅਮਰੀਕਾ ਵਾਲੇ ਪਾਸੋਂ ਹੀ ਮਿਲੀ ਹੈ, ਕਿਉਂਕਿ ਅੱਜ ਦੁਨੀਆ ਭਰ ਦੀਆਂ ਨਜ਼ਰਾਂ ਵੈਸੇ ਵੀ ਅਮਰੀਕਾ 'ਤੇ ਟਿਕੀਆਂ ਹੋਈਆਂ ਨੇ ਕਿ ਕਿਹਦੀ ਜਿੱਤ ਹੁੰਦੀ ਹੈ ਅਤੇ ਕਿਹਦੀ ਹਾਰ ਹੁੰਦੀ ਹੈ। ਅਮਰੀਕਾ ਦੇ ਵਿੱਚੋਂ ਖਬਰ ਮਿਲ ਰਹੀ ਹੈ ਕਿ ਬੇਕਰਸਫੀਲਡ ਦੇ ਵਿੱਚ 23 ਵਰ੍ਹਿਆਂ ਦਾ ਇੱਕ ਪੰਜਾਬੀ ਨੌਜਵਾਨ, ਜਿਸ ਦੀ ਇੱਕ ਸੜਕ ਹਾਦਸੇ 'ਚ ਮੌਤ ਹੋਈ ਹੈ, ਅਤੇ ਇਸ ਨੌਜਵਾਨ ਦਾ ਨਾਮ ਸਰਬਜੀਤ ਦੱਸਿਆ ਜਾ ਰਿਹਾ ਹੈ, ਅਤੇ ਸਰਬਜੀਤ ਦਾ ਪਿੰਡ ਧਰਮਕੋਟ ਜ਼ਿਲ੍ਹਾ ਮੋਗਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਜਿਹੜੀ ਮਿਲੀ ਹੈ ਕਿ 3 ਕੁ ਮਹੀਨੇ ਪਹਿਲਾਂ ਹੀ ਹਲੇ ਇਸ ਗੱਭਰੂ ਦਾ ਵਿਆਹ ਹੋਇਆ ਸੀ, ਅਤੇ ਪੁਲਿਸ ਇਸ ਹਾਦਸੇ ਦੀ ਜਾਂਚ ਕਰ ਰਹੀ ਹੈ।
ਜਿਹੜੀ ਹੁਣ ਤੱਕ ਜਾਣਕਾਰੀ ਮਿਲੀ ਹੈ ਉਸ ਦੇ ਮੁਤਾਬਕ ਸਰਬਜੀਤ ਟਰੱਕ ਡਰਾਈਵਰ ਸੀ ਅਤੇ ਟਰੱਕ ਰੂਟ I-40 ਤੇ ਇੱਕ ਰੈਸਟ ਏਰੀਆ ਦੇ ਵਿੱਚ ਖੜਾ ਸੀ, ਜਿਸ ਨੂੰ ਪਿੱਛੋਂ ਕਿਸੇ ਟਰੱਕ ਨੇ ਆ ਕੇ ਜਾਂ ਗੱਡੀ ਨੇ ਆ ਕੇ ਟੱਕਰ ਮਾਰ ਦਿੱਤੀ ਤੇ ਸਰਬਜੀਤ ਦੀ ਮੌਕੇ ਤੇ ਮੌਤ ਹੋਈ ਹੈ। ਇਹ ਹਾਦਸਾ ਟੈਕਸਸ ਸੂਬੇ ਦੇ ਐਡਰੀਅਨ ਨੇੜੇ ਓਲਡ ਡੈਮ ਕਾਉਂਟੀ ਦੇ ਵਿੱਚ 1 ਨਵੰਬਰ ਦੀ ਰਾਤ ਲਗਭਗ 2:30 ਵਜੇ ਦੇ ਕਰੀਬ ਦੱਸਿਆ ਜਾ ਰਿਹਾ ਕਿ ਰੈਸਟ ਹਾਊਸ ਦੇ ਵਿੱਚ ਖੜਾ ਇੱਕ ਟਰੱਕ ਜੋ ਸਹੀ ਢੰਗ ਨਾਲ ਪਾਰਕ ਕੀਤਾ ਹੋਇਆ ਸੀ, ਜਿਹਦੇ ਨਾਲ ਇਹ ਹਾਦਸਾ ਵਾਪਰ ਗਿਆ। ਤੇ ਕੁਝ ਮਹੀਨੇ ਪਹਿਲਾਂ ਸ਼ਾਇਦ ਤੁਹਾਨੂੰ ਯਾਦ ਹੋਵੇ, ਬੇਕਰਸਫੀਲਡ ਦੇ ਨੇੜੇ ਹੀ ਪੈਂਦਾ ਫਰਿਜ਼ਨੋ ਦੇ ਵਿੱਚ ਵੀ ਪੰਜਾਬੀ ਵੱਡੀ ਗਿਣਤੀ ਵਿੱਚ ਨੇ, ਬੇਕਰਸਫੀਲਡ ਦੇ ਵਿੱਚ ਵੀ ਪੰਜਾਬੀ ਵੱਡੀ ਗਿਣਤੀ ਵਿੱਚ ਨੇ, ਤੇ ਦੋਵੇਂ ਹੀ ਕੈਲੀਫੋਰਨੀਆ ਸੂਬੇ ਵਿੱਚ ਪੈਂਦੇ ਹੈ। ਤੇ ਫਰਿਜ਼ਨੋ ਦੇ ਕੈਲੀਫੋਰਨੀਆ ਦੇ ਫਰਿਜ਼ਨੋ ਦੇ ਵਿੱਚ ਵੀ 2 ਪੰਜਾਬੀ ਗੱਭਰੂਆਂ ਦੀ ਵੱਖੋ-ਵੱਖ ਟਰੱਕ ਹਾਦਸਿਆਂ ਦੇ ਵਿੱਚ ਮੌਤ ਹੋਈ ਤੇ ਜਿੰਦਾ ਸੜ ਗਏ ਸੀ ਤੇ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ ਸਨ। ਤੇ ਆ ਟੈਕਸਸ ਤੋਂ ਮਿਲੀ ਖਬਰ ਨੇ ਇੱਕ ਵਾਰੀ ਫਿਰ ਤੋਂ ਭਾਈਚਾਰੇ ਨੂੰ, ਖਾਸ ਕਰਕੇ ਟਰੱਕਿੰਗ ਭਾਈਚਾਰੇ ਨੂੰ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਵਸਦੇ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਤੇ ਅਸੀਂ ਸਰਬਜੀਤ ਦੀ ਇਸ ਬੇਵਕਤੀ ਮੌਤ ਦੇ ਉੱਤੇ ਡੂੰਘੇ ਦੁੱਖ ਦਾ ਇਜ਼ਹਾਰ ਵੀ ਕਰਦੇ ਹਾਂ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ। ਅਗਲੀ ਖਬਰ ਹੈ ਕੋਵਿਡ ਦੀ। ਜਰਮਨ ਦੀ ਇੱਕ ਬਾਇਓਟੈਕ ਕੰਪਨੀ ਹੈ ਕਿਊਰਵੈਕ ਨੇ ਦਾਅਵਾ ਕੀਤਾ ਹੈ ਕਿ ਕੋਵਿਡ-19 ਦਾ ਟੀਕਾ ਇਨਸਾਨਾਂ 'ਤੇ ਕਾਰਗਰ ਸਾਬਤ ਹੋ ਰਿਹਾ ਹੈ। ਉਹਨਾਂ ਦਾਅਵਾ ਕੀਤਾ ਹੈ ਕਿ ਟੀਕੇ ਦੇ ਅੰਤਰਿਮ ਪੜਾਅ ਫੇਜ਼ 1 ਦੇ ਆਖਰੀ ਪੜਾਅ ਦੇ ਉੱਤੇ ਜਿਹੜੇ ਨਤੀਜੇ ਮਿਲੇ ਨੇ, ਅਸੀਂ ਕਹਿੰਦੇ ਤੁਹਾਡੇ ਨਾਲ ਉਹ ਸਾਂਝੇ ਕਰ ਰਹੇ ਹਾਂ। ਕਿਊਰਵੈਕ ਦੇ ਕਾਰਜਕਾਰੀ ਮੁਖੀ ਨੇ ਫਰੈਂਜ਼ ਵਰਨਰ ਹੋਜ਼, ਉਹ ਕਹਿੰਦੇ ਅੰਕੜਿਆਂ ਤੋਂ ਬੜੇ ਉਤਸ਼ਾਹਿਤ ਹਾਂ। ਇਸ ਕੰਪਨੀ ਨੇ ਦੱਸਿਆ ਕਿ ਇਸ ਸਾਲ ਦੇ ਅਖੀਰ ਤੱਕ ਇਸ ਟੀਕੇ ਦੀ ਮਨੁੱਖੀ ਅਜ਼ਮਾਇਸ਼ ਵੱਡੇ ਪੱਧਰ ਤੇ ਸ਼ੁਰੂ ਕਰਨ ਦਾ ਅਸੀਂ ਵਿਚਾਰ ਕੀਤਾ ਹੋਇਆ ਹੈ। CVNCOV ਇਸ ਨਾਮ ਦਾ ਟੀਕਾ ਹੈ ਤੇ ਸ਼ੁਰੂਆਤੀ ਟਰਾਇਲ ਕਹਿੰਦੇ ਇਹਦਾ ਸਫਲ ਹੈ। ਵਲੰਟੀਅਰਾਂ ਦੇ ਵਿੱਚ ਕਹਿੰਦੇ ਉਨੀਆਂ ਐਂਟੀਬਾਡੀਜ਼ ਵਿਕਸਿਤ ਹੋਈਆਂ ਨੇ ਜਿੰਨੀ ਕੋਵਿਡ-19 ਦੇ ਇੱਕ ਗੰਭੀਰ ਮਾਮਲੇ ਦੇ ਠੀਕ ਹੋਣ ਦੇ ਵਾਸਤੇ ਜ਼ਰੂਰਤ ਚਾਹੀਦੀ ਹੁੰਦੀ ਹੈ। ਦੁਨੀਆ ਭਰ ਦੇ ਵਿੱਚ ਇੱਥੇ ਦੱਸਣਾ ਬਣਦਾ ਕਿ ਲਗਭਗ 150 ਵੈਕਸੀਨ ਤੇ ਕੰਮ ਚੱਲ ਰਿਹਾ ਹੈ ਤੇ ਇਹਨਾਂ ਵਿੱਚੋਂ ਲਗਭਗ 10 ਉਹ ਨੇ ਜਿਹੜੀਆਂ ਤਕਨੀਕੀ ਪੜਾਅ ਮਨੁੱਖੀ ਕਲੀਨਿਕਲ ਅਜ਼ਮਾਇਸ਼ ਦੇ ਵਿੱਚੋਂ ਲੰਘ ਰਹੀਆਂ ਨੇ। ਤੇ ਹੁਣ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਇਸ ਟੀਕੇ ਦੇ ਬਾਬਤ ਦੱਸਿਆ ਜਾ ਰਿਹਾ ਹੈ ਕਿ ਇਸ ਨੇ ਜਿਹੜੇ ਟੀ ਸੈਲਜ਼ ਪੈਦਾ ਕੀਤੇ ਨੇ ਅਤੇ ਵਿਸ਼ਲੇਸ਼ਣ ਹਾਲੇ ਜਾਰੀ ਹੈ। ਤੇ ਕੰਪਨੀ ਦੇ ਮੁਤਾਬਕ ਥਕਾਵਟ, ਸਿਰ ਦਰਦ ਤੇ ਪੱਠਿਆਂ ਦੇ ਵਿੱਚ ਮਾਸਪੇਸ਼ੀਆਂ ਦੇ ਵਿੱਚ ਦਰਦ ਤੇ ਕੁਝ ਹੋਰ ਬੁਖਾਰ ਵਰਗੇ ਲੱਛਣਾਂ ਨੂੰ 24 ਤੋਂ 48 ਘੰਟਿਆਂ ਦੇ ਵਿੱਚ ਇਸ ਟੀਕਾ ਲੱਗਣ ਤੋਂ ਬਾਅਦ ਦੂਰ ਕਰ ਦਿੱਤਾ ਗਿਆ। ਸੋ ਇਸ ਤੋਂ ਇਲਾਵਾ ਫਾਈਜ਼ਰ ਵੀ ਹੈ ਅਤੇ ਜਰਮਨ ਦੀ ਪਾਰਟਨਰ ਬਾਇਓਟੈਕ, ਉਹ ਵੀ ਇਸੇ ਟੀਕੇ ਨੂੰ ਇਸੇ ਆਧਾਰ ਤੇ ਬਣਾ ਰਹੇ ਨੇ। ਸੋ ਆਉਣ ਵਾਲੇ ਦਿਨਾਂ ਵਿੱਚ ਉਮੀਦ ਵੱਧਦੀ ਜਾ ਰਹੀ ਹੈ ਕਿ ਕੋਵਿਡ-19 ਦਾ ਟੀਕਾ ਭਾਵੇਂ ਕੋਈ A ਕੰਪਨੀ ਬਣਾਵੇ, ਭਾਵੇਂ ਕੋਈ B ਕੰਪਨੀ ਬਣਾਵੇ, ਦੁਨੀਆ ਨੂੰ ਟੀਕਾ ਮਿਲਣ ਦੀ ਸੰਭਾਵਨਾ ਹੈ। ਸੋ ਦੋਸਤੋ, ਇਹ ਸਨ ਖਬਰਾਂ। ਅੱਜ ਅਮਰੀਕਾ ਦੇ ਵਿੱਚ ਕੀ ਕੁਝ ਹੁੰਦਾ ਹੈ, ਕਿਹਦੇ ਖਾਤੇ ਵਿੱਚ 270 ਇਲੈਕਟੋਰਲ ਕਾਲਜ ਜਿੱਤ ਕੇ ਆਉਂਦੇ ਆ, ਤੁਹਾਡੇ ਨਾਲ ਆਉਣ ਵਾਲੇ ਦਿਨਾਂ ਵਿੱਚ ਜ਼ਰੂਰ ਸਾਂਝ ਕੀਤੀ ਜਾਏਗੀ। ਜੇ ਅੱਜ ਦੀਆਂ ਖਬਰਾਂ ਜਾਣਕਾਰੀਆਂ ਚੰਗੀਆਂ ਲੱਗੀਆਂ ਨੇ ਤਾਂ ਤੁਹਾਨੂੰ ਅਪੀਲ ਹੈ ਕਿ ਕਿਰਪਾ ਕਰਕੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਜੇਕਰ ਸਾਡਾ ਚੈਨਲ ਹਾਲੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ, ਇਹ ਵੀ ਅਪੀਲ ਹੈ ਕਿ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਨੱਪ ਲਿਓ ਤਾਂ ਕਿ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। ਤੇ ਸਮਾਂ ਪਤਾ ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ੍ਰੀ ਅਕਾਲ ਤੇ ਰੱਬ ਰਾਖਾ।